ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 296 ਤੇ ਜਿੱਥੋਂ ਪੈਰਾ ਬਦਲਦਾ ਹੈ। ਥਿੱਤੀ ਗੌੜੀ ਮਹਿਲਾ ਪੰਜਵਾਂ ਸ਼ਲੋਕ। ਥਿੱਤਾਂ ਦੇ ਅਨੁਸਾਰ, ਦਿਨਾਂ ਦੇ ਅਨੁਸਾਰ ਲਿਖਣ ਦਾ ਰਿਵਾਜ ਸੀ ਪੁਰਾਣੇ ਜ਼ਮਾਨੇ 'ਚ। ਅਰਥ ਕੋਈ ਨਹੀਂ ਸੁਣਾਉਂਦੇ ਹੁੰਦੇ, ਮਹੀਨਿਆਂ ਦੇ ਅਨੁਸਾਰ, ਦਿਨਾਂ ਦੇ ਅਨੁਸਾਰ, ਥਿੱਤਾਂ ਦੇ ਅਨੁਸਾਰ ਹੈ। ਇਹ ਲਿਖਣ ਢੰਗ ਹੋਇਆ ਕਰਦਾ ਸੀ। ਰਾਗ ਗੌੜੀ ਹੈ। ਮਹਿਲਾ ਪੰਜਵਾਂ, ਪੰਚਮ ਪਾਤਸ਼ਾਹ ਦੀ ਬਾਣੀ ਹੈ। ਸ਼ਲੋਕ ਹਾਂਜੀ, ਹਾਂ ਥਿੱਤੀਆਂ। ਥਿੱਤੀ ਗੌੜੀ ਮਹਿਲਾ ਪੰਜਵਾਂ ਸ਼ਲੋਕ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਓਂਕਾਰ ਪਾ ਪਰਮਾਤਮਾ, ਉਹ ਪਰਮਾਤਮਾ ਜੋ ਨਿਰਗੁਣ ਸਰੂਪ ਵੀ ਹੈ, ਜੋ ਸਰਗੁਣ ਸਰੂਪ ਵੀ ਹੈ। ਸਤਿਗੁਰ ਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ। ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਪਰਮਾਤਮਾ ਜੋ ਸੁਆਮੀ ਹੈ, ਸਭ ਦਾ ਮਾਲਕ ਹੈ, ਸਿਰਜਨਹਾਰ ਹੈ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ। ਜਲ ਥਲ ਮਹੀਲ ਪੂਰਿਆ, ਪੂਰਿਆ ਹੁੰਦਾ ਸਰਬ ਵਿਆਪਕ ਹੈ, ਭਾਵ ਵਸਦਾ ਹੈ। ਉਹ ਜਲ ਵਿੱਚ ਵੀ ਵਸਦਾ ਹੈ, ਥਲ ਵਿੱਚ ਵੀ ਵਸਦਾ ਹੈ, ਮਹੀਲ ਆਕਾਸ਼ ਦੇ ਵਿੱਚ ਵੀ ਵਸਦਾ ਹੈ। ਉਹ ਸੁਆਮੀ ਹੈ, ਉਹ ਸਿਰਜਨਹਾਰ ਹੈ। ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਏਕ ਓਂਕਾਰ ਪਾ ਪਰਮਾਤਮਾ। ਪਰਮਾਤਮਾ ਅਨੇਕਾਂ ਤਰੀਕਿਆਂ ਨਾਲ ਉਸਨੇ ਆਪਣਾ ਪਸਾਰਾ ਕੀਤਾ ਹੋਇਆ ਹੈ। ਪੌੜੀ। ਏਕਮ ਪਾ ਪਹਿਲੀ ਥਿੱਤ। ਏਕਮ ਏਕ ਓਂਕਾਰ ਪ੍ਰਭ, ਕਰਉ ਬੰਦਨਾ ਧਿਆਏ। ਗੁਣ ਗੋਬਿੰਦ ਗੋਪਾਲ ਪ੍ਰਭ, ਸ਼ਰਨ ਪਰੋਂ ਹਰਿ ਰਾਏ। ਏਕ ਓਂਕਾਰ ਪ੍ਰਭ, ਪਰਮਾਤਮਾ ਇੱਕ ਹੈ। ਕਰਉ ਬੰਦਨਾ ਧਿਆਏ, ਮੈਂ ਉਹਨੂੰ ਧਿਆਉਂਦਾ ਹਾਂ, ਉਹਨੂੰ ਨਮਸਕਾਰ ਕਰਦਾ। ਹਿੰਦੀ 'ਚ ਵਾਵੇ ਨਾਲ ਹੁੰਦਾ ਵੰਦਨਾ, ਪੰਜਾਬੀ ਫਿਰ ਬੱਬੇ ਦੇ ਨਾਲ ਬਣਾ ਲਿਆ ਬੰਦਨਾ। ਮੈਂ ਉਸ ਨੂੰ ਨਮਸਕਾਰ ਕਰਦਾ ਹਾਂ, ਮੈਂ ਉਸ ਇੱਕ ਪਰਮਾਤਮਾ ਨੂੰ ਧਿਆਉਂਦਾ ਹਾਂ। ਗੁਣ ਗੋਬਿੰਦ ਗੋਪਾਲ ਪ੍ਰਭ, ਸ਼ਰਨ ਪਰੋਂ ਹਰਿ ਰਾਏ। ਪਰਮਾਤਮਾ ਜਿਹੜਾ ਹੈ ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਗੋਬਿੰਦ ਸੰਸਕ੍ਰਿਤ ਦਾ ਸ਼ਬਦ ਹੈ ਗੋਵਿੰਦ, ਵਾਵੇ ਨਾਲ। ਗੋ ਮੈਨੇ ਸ੍ਰਿਸ਼ਟੀ, ਵਿੰਦ ਹੁੰਦਾ ਜਾਣਨ ਵਾਲਾ, ਜੋ ਸ੍ਰਿਸ਼ਟੀ ਨੂੰ ਜਾਣਦਾ ਹੈ। ਗੋਪਾਲ ਜੋ ਸ੍ਰਿਸ਼ਟੀ ਨੂੰ ਪਾਲਦਾ ਹੈ। ਪਰਮਾਤਮਾ ਬੇਅੰਤ ਗੁਣਾਂ ਵਾਲਾ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਜਾਣਦਾ ਹੈ, ਸਾਰੀ ਸ੍ਰਿਸ਼ਟੀ ਨੂੰ ਪਾਲਦਾ ਹੈ। ਸ਼ਰਨ ਪਰੋਂ ਹਰਿ ਰਾਏ, ਮੈਂ ਪਰਮਾਤਮਾ ਦੀ ਸ਼ਰਨ 'ਚ ਆਇਆ ਹਾਂ। ਤਾਂ ਕਿ ਆਸ ਕਲਿਆਣ ਸੁਖ, ਜਾ ਤੇ ਸਭ ਕੁਛ ਹੋਏ। ਜਿਸ ਤੋਂ ਸਭ ਕੁਝ ਹੁੰਦਾ ਹੈ, ਉਹਦੀ ਹੀ ਆਸ ਰੱਖਣੀ ਚਾਹੀਦੀ ਹੈ। ਉਸੇ ਤੋਂ ਕਲਿਆਣ ਹੋਣਾ ਹੈ, ਉਸੇ ਤੋਂ ਸਾਨੂੰ ਸੁੱਖ ਪ੍ਰਾਪਤ ਹੋਣਾ ਹੈ। ਕਲਿਆਣ ਹੁੰਦਾ ਭਲਾ। ਜਿਵੇਂ ਜਦੋਂ ਸੰਵਿਧਾਨ ਲਿਖਿਆ ਗਿਆ ਤਾਂ ਉਸ 'ਚ ਲਿਖਿਆ ਕਿ ਜਿਹੜਾ ਰਾਜ ਹੈ ਇਹ ਕਲਿਆਣਕਾਰੀ ਹੋਵੇਗਾ, ਲੋਕਾਂ ਦਾ ਭਲਾ ਕਰੇਗਾ। ਕਹਿੰਦੇ ਜਿਸ ਪਰਮਾਤਮਾ ਤੋਂ ਸਭ ਕੁਝ ਹੁੰਦਾ ਹੈ, ਉਸੇ 'ਤੇ ਹੀ ਆਸ ਰੱਖਣੀ ਚਾਹੀਦੀ ਹੈ। ਉਹੀ ਸਾਡੀ ਕਲਿਆਣ ਕਰਨ ਵਾਲਾ ਹੈ, ਉਹੀ ਸਾਨੂੰ ਸੁੱਖ ਦੇਣ ਵਾਲਾ ਹੈ। ਚਾਰ ਕੁੰਟ ਦਹਿ ਦਿਸ ਭ੍ਰਮਿਉ, ਤਿਸ ਬਿਨ ਅਵਰ ਨਾ ਕੋਈ। ਮੈਂ ਚਾਰਾਂ ਪਾਸਿਆਂ ਦੇ ਕੁੰਟ ਪਾਸੇ ਹੁੰਦਾ। ਦਹਿ ਦਿਸ ਦਸੇ ਦਿਸ਼ਾਵਾਂ,
ਭਾਵ ਸਭ ਪਾਸੇ, ਚਾਰੇ ਪਾਸੇ 10 ਦਿਸ਼ਾਵਾਂ ਦੇ ਜਿਵੇਂ ਭਰਮਿਆ ਭਟਕਦਾ ਰਿਹਾ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਤਿਸ ਬਿਨ ਅਵਰ ਨਾ ਕੋਈ, ਉਸ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ ਹੈ ਜਿਸ ਤੇ ਆਸ ਰੱਖੀ ਜਾ ਸਕੇ, ਜੋ ਕਲਿਆਣ ਕਰੇ, ਜੋ ਸੁੱਖ ਦੇਵੇ, ਜਿਸ ਤੋਂ ਸਭ ਕੁਛ ਹੁੰਦਾ ਹੈ, ਉਸ ਪਰਮਾਤਮਾ ਬਿਨਾਂ ਹੋਰ ਕੋਈ ਨਹੀਂ ਹੈ। ਵੇਦ ਪੁਰਾਣ ਸਿਮਰਤ ਸੁਨੇ, ਬਹੁ ਵਿਧ ਕਰਮ ਵਿਚਾਰ। ਮੈਂ ਵੇਦ ਸੁਣੇ, ਪੁਰਾਣ ਸੁਣੇ, ਸਿਮਰਤੀਆਂ ਸੁਣੀਆਂ ਅਤੇ ਕਈ ਤਰੀਕਿਆਂ ਨਾਲ ਉਹਨਾਂ 'ਤੇ ਵਿਚਾਰ ਕੀਤੇ ਅਤੇ ਕਿਸ ਨਤੀਜੇ 'ਤੇ ਪਹੁੰਚਿਆ। ਪਤਿਤ ਉਦਾਹਰਨ ਭੈ ਹਰਨ, ਸੁਖ ਸਾਗਰ ਨਿਰੰਕਾਰ। ਕਿ ਜਿਹੜਾ ਪਰਮਾਤਮਾ ਹੈ ਪਾਪੀਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ, ਭੈ ਹਰਨ ਡਰ ਨੂੰ ਦੂਰ ਕਰਨ ਵਾਲਾ ਹੈ, ਸੁਖ ਸਾਗਰ ਸੁੱਖਾਂ ਦਾ ਸਮੁੰਦਰ ਹੈ। ਇਸ ਲਈ ਉਹਦਾ ਨਾਮ ਜਪਣਾ ਚਾਹੀਦਾ। ਉਹ ਪਾਪੀਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ। ਕਿੰਨੇ ਵੀ ਪਾਪ ਕਿਉਂ ਨਾ ਜ਼ਿੰਦਗੀ 'ਚ ਕੀਤੇ ਹੋਣ, ਅਗਰ ਬੰਦਾ ਸੱਚੇ ਦਿਲੋਂ ਤੋਬਾ ਕਰਦੇ ਵੀ ਅੱਗੇ ਤੋਂ ਮੈਂ ਨਹੀਂ ਕਰਦਾ ਅਤੇ ਦਿਨ ਰਾਤ ਨਾਮ ਜਪਣਾ ਸ਼ੁਰੂ ਕਰ ਦੇ, ਫਿਰ ਪਰਮਾਤਮਾ ਉਸ ਪਾਪੀ ਦਾ ਵੀ ਪਾਰ ਉਤਾਰਾ ਕਰ ਦਿੰਦਾ। ਇਹ ਤਾਂ ਗਣਕਾ ਵਰਗੀਆਂ, ਅਜਾਮਲ ਵਰਗੀਆਂ ਦੇ ਉਦਾਹਰਨ ਗੁਰਬਾਣੀ ਦਿੱਤੇ ਹੋਏ, ਜਿਹੜੇ ਕਿ ਪਾਪੀ ਲੋਕ ਸਨ ਪਰ ਉਹਨਾਂ ਪਾਪ ਕਰਮ ਛੱਡਤੇ ਅਤੇ ਭਜਨ ਬੰਦਗੀ ਕਰਦੇ ਰਹੇ ਅਤੇ ਅਖੀਰ ਨੂੰ ਬੈਕੁੰਠ ਧਾਮ ਚਲੇ ਗਏ। ਦਾਤਾ ਭੁਗਤਾ ਦੇਨ ਹਾਰ, ਤਿਸ ਬਿਨ ਅਵਰ ਨਾ ਜਾਏ। ਜਾਏ ਹੁੰਦਾ ਥਾਂ, ਪਰਮਾਤਮਾ ਦਾਤਾ ਹੈ, ਭੁਗਤਾ ਉਹ ਸਾਡੇ 'ਚ ਬੈਠ ਕੇ ਭੋਗਣ ਵਾਲਾ ਹੈ। ਦੇਨਹਾਰ ਉਹ ਦਾਤਾ ਦੇਣ ਵਾਲਾ ਹੈ। ਤਿਸ ਬਿਨ ਅਵਰ ਨਾ ਜਾਏ, ਉਸ ਤੋਂ ਬਿਨਾਂ ਤਾਂ ਹੋਰ ਕੋਈ ਥਾਂ ਹੀ ਨਹੀਂ ਹੈ। ਬੰਦਾ ਜਾਏ ਤਾਂ ਜਾਏ ਕਿੱਥੇ, ਉਸ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ ਹੈ। ਜੋ ਚਾਹੇ ਸੋਈ ਮਿਲੇ, ਨਾਨਕ ਹਰ ਗੁਣ ਗਾਏ। ਹੈ ਭਾਈ ਤੂੰ ਪਰਮਾਤਮਾ ਦੇ ਗੁਣ ਗਾ, ਫਿਰ ਜੋ ਤੂੰ ਚਾਹੇਗਾ ਉਹ ਤੈਨੂੰ ਮਿਲ ਜਾਏਗਾ। ਗੁਣ ਗਾ, ਫਿਰ ਤੂੰ ਜੋ ਚਾਹੇਗਾ ਤੈਨੂੰ ਮਿਲ ਜਾਏਗਾ। ਅਸੀਂ ਬਿਨਾਂ ਗੁਣ ਗਾਏ ਹੋਏ ਨੱਕ ਰਗੜਦੇ ਨੇ, ਆਹ ਦੇ ਦੇ, ਆਹ ਦੇ ਦੇ, ਆਹ ਦੇ ਦੇ। ਉਹ ਕਹਿੰਦੇ ਪਹਿਲਾਂ ਸ਼ਰਤ ਤਾਂ ਪੂਰੀ ਕਰ। ਅਸੀਂ ਸ਼ਰਤਾਂ ਨਹੀਂ ਪੂਰੀਆਂ ਕਰਦੇ, ਮੰਗਦੇ ਰਹਿੰਦੇ। ਉਹ ਕਹਿ ਤੂੰ ਗੁਣ ਗਾਈ ਜਾ, ਆਪੇ ਤੈਨੂੰ ਦੇ ਦੂਗਾ, ਉਹਨੂੰ ਕਿਹੜਾ ਪਤਾ ਨਹੀਂ ਹੈ। ਘੱਟ ਘੱਟ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਣ, ਸਭ ਪਤਾ ਉਹਨੂੰ। ਹੁਣ ਆਪਾਂ ਕੋਈ ਬੋਲ ਬੋਲ ਕੇ ਤਾਂ ਨਹੀਂ ਉਸ ਤੋਂ ਮੰਗਦੇ। ਤੁਸੀਂ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਫਿਰ ਖੜੇ ਹੋ ਕੇ ਮੰਗਿਆ, ਬੋਲੇ ਤਾਂ ਨਹੀਂ। ਬਿਨ ਬੋਲਿਆ ਸਭ ਕੁਝ ਜਾਣਦਾ। ਅਸੀਂ ਮਨ 'ਚ ਹੀ ਕਹਿਣਾ ਸੱਚੇ ਪਾਤਸ਼ਾਹ ਆਹ ਕਰਦੇ, ਆਹ ਕਰਦੇ। ਉਹ ਸੁਣ ਰਿਹਾ, ਕਿਉਂਕਿ ਅੰਦਰ ਹੀ ਬੈਠਾ, ਅੰਦਰ ਹੀ ਬੈਠਾ ਸੁਣ ਰਿਹਾ, ਅੰਦਰ ਹੀ ਬੈਠਾ ਸਾਨੂੰ ਵੇਖ ਰਿਹਾ ਹੈ। ਬਸ ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਆਪੇ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਏਗਾ। ਇੰਨਾ ਹੁੰਦਾ ਵੀ ਤਾਣੀ ਉਲਝਾਣੀ ਆਸਾਨ ਹੁੰਦੀ ਹੈ, ਸੁਲਝਾਣੀ ਜਿਹੜਾ ਟਾਈਮ ਲੱਗਦਾ ਹੈ। ਕਹਿੰਦੇ ਬਿਮਾਰੀ ਇੱਕਦਮ ਆਉਂਦੀ ਹੈ, ਜਾਂਦੀ ਕੀੜੀ ਦੀ ਚਾਲ ਨਾਲ ਹੈ। ਐਕਸੀਡੈਂਟ ਹੋ ਗਿਆ, 1 ਮਿੰਟ ਲੱਗੂਗਾ, ਲੱਤ ਬਾਂਹ ਟੁੱਟ ਗਈ, ਠੀਕ ਹੁੰਦੇ ਦੇਖੋ ਕਿੰਨਾ ਸਮਾਂ ਲੱਗ ਜਾਏਗਾ। ਇਸ ਲਈ ਸਾਡੀ ਤਾਣੀ ਉਲਝੀ ਹੋਈ ਹੈ। ਅਸੀਂ ਫਿਰ ਹੁਣ ਕਹਿੰਦੇ ਛੇਤੀ ਛੇਤੀ ਸੁਲਝੀਏ, ਅਤੇ ਸੁਲਝਾਉਣ ਲਈ ਅਸੀਂ ਕੋਈ ਯਤਨ ਨਹੀਂ ਕਰਦੇ। ਬਸ ਰੱਬ ਨੂੰ ਕਹਿ ਤੂੰ ਸਾਡੇ ਸੁਲਝਾ ਦੇ। ਉਹ ਕਹਿੰਦੇ ਮੇਰਾ ਨਾਮ ਜਪੋ, ਫਿਰ ਜੋ ਕਹੋਗੇ ਉਹੀ ਕਰ ਦਾਂਗਾ ਮੈਂ। ਕੋਈ ਨਾਮ ਜਪੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਬੰਦਾ ਜੋ ਚਾਹੁੰਦਾ ਉਹੀ ਕਰ ਦਿੰਦਾ। ਮੁਰਦੇ ਨੂੰ ਕਹੇ ਉੱਠ ਖੜੋ, ਓਏ ਉੱਠ ਖੜਦਾ ਹੋ, ਹੋਰ ਕਿਆ। ਇਹ ਨਾਮ ਸ਼ਕਤੀ ਹੈ ਨਾ। ਮਰੇ ਹੋਏ ਨੂੰ ਲੋਕ ਲੱਖਾਂ ਰੁਪਏ ਡਾਕਟਰ ਨੂੰ ਦੇਣ ਲਈ ਤਿਆਰ ਨੇ ਕਿ ਸਾਡੇ ਮਰੇ ਹੋਏ ਬੰਦੇ ਘੰਟੇ ਕੁ ਲਈ ਜਿਉਂਦਾ ਕਰਦੇ, ਅਸੀਂ ਇਹਦੇ ਨਾਲ ਗੱਲਬਾਤ ਕਰ ਲਈਏ। ਉਹ ਕਹਿੰਦਾ ਨਾ ਜੀ ਹੁਣ ਨਹੀਂ ਹੋ ਸਕਦਾ। ਸਾਧੂ ਇੰਨੀ ਕਿ ਉੱਠ ਪਾਈ, ਉਹ ਸਤਨਾਮ ਕਰਕੇ ਉੱਠ ਪਏਗਾ।
ਫਿਰ ਸਾਧੂ ਕੋਲ ਕੀ ਹੈ? ਨਾਮ ਹੀ ਹੈ ਨਾ। ਉਹਨੇ ਨਾਮ ਜਪ ਜਪ ਕੇ ਸਭ ਕੁਛ ਪ੍ਰਾਪਤ ਕੀਤਾ ਹੋਇਆ। ਹਾਂ, ਕਈਆਂ ਦਾ ਹੁੰਦਾ ਪਿਛਲੇ ਜਨਮਾਂ 'ਚ ਇੰਨਾ ਨਾਮ ਜਪਿਆ ਹੁੰਦਾ ਕਿ ਬਚਪਨ ਤੋਂ ਹੀ ਪੂਰਨ ਹੁੰਦੇ ਨੇ। ਉਹ ਬਚਪਨ ਤੋਂ ਪੂਰਨ ਨੇ। 8ਵੇਂ ਪਾਤਸ਼ਾਹ ਬਚਪਨ ਤੋਂ ਪੂਰਨ ਸਨ। ਗੁਰੂ ਨਾਨਕ ਦੇ ਬਚਪਨ ਤੋਂ ਪੂਰੇ ਸਨ। ਦੂਜੇ ਤੀਜੇ ਚੌਥੇ ਨੂੰ ਤਾਂ ਸੇਵਾ ਕਰਨੀ ਪਈ, ਸਿਮਰਨ ਕਰਨਾ। ਪੰਚਮ ਪਾਤਸ਼ਾਹ ਬਚਪਨ ਤੋਂ ਪੂਰਨ ਸਨ। 6ਵੇਂ ਵੀ ਬਚਪਨ ਤੋਂ ਪੂਰਨ ਸਨ। 7ਵੇਂ ਨੂੰ ਕੁਝ ਟਾਈਮ ਲੱਗਾ। 8ਵੇਂ ਬਚਪਨ ਦੇ ਪੂਰਨ ਸਨ। 9ਵੇਂ ਨੂੰ ਕਈ ਸਾਲ ਲੱਗੇ। 10ਵੇਂ ਬਚਪਨ ਦੇ ਪੂਰਨ ਸਨ। ਇਹ ਨਾ ਕਈ ਬਚਪਨ ਦੇ ਪੂਰਨ, ਜਪਦੇ ਪੂਰਨ ਨੇ। ਬਾਕੀ ਪਏ ਜਿਹੜੇ ਅਸੀਂ ਅਧੂਰੇ ਹਾਂ, ਸਾਨੂੰ ਟਾਈਮ ਲੱਗੇਗਾ ਬਸ। ਬਾਕੀ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਇਹ ਐਵੇਂ ਤੇ ਜਾਣਾ ਕੋਈ ਨਹੀਂ ਹਾਂਜੀ ਵੀ ਹਾਂਜੀ ਫਲ ਨਹੀਂ ਮਿਲਣਾ ਇਹਦਾ। ਇਹ ਕੋਈ ਸੰਸਾਰ ਕਰਕੇ ਕਰਮ ਨਹੀਂ ਹੈ ਵੀ ਫਲ ਨਹੀਂ ਮਿਲੇਗਾ। ਆਹ ਹੁਣ ਕਿੰਨੇ ਲੱਗੇ ਨੇ, 20 ਤਰੀਕ ਤੇ ਲੱਗੇ ਰਹਿਣਾ ਦਿਨ ਰਾਤ। ਹਾਂਜੀ, ਦਿਨ ਰਾਤ ਲੱਗੇ ਰਹਿਣਾ। ਮੰਨ ਲਓ 10 ਬੰਦੇ ਪਟਿਆਲੇ ਤੋਂ ਖੜੇ ਨੇ, ਜਿਤਨਾ ਦੀ ਇੱਕ ਨਹੀਂ, ਬਾਕੀ 9 ਨੇ ਹਾਰ ਜਾਣਾ। 9 ਦੀ ਮਿਹਨਤ ਐਵੇਂ ਹੀ ਗਈ ਨਾ। 3 ਕਰੋੜ ਦੀ ਟਿਕਟ ਮਿਲਦੀ ਹੈ। ਟਿਕਟ ਕਿਹੜਾ ਉਂਝ ਮਿਲਦੀ ਹੈ? ਪਹਿਲਾਂ 3 ਕਰੋੜ ਟਿਕਟ ਲੈਣ ਦੇ ਲਾਓ, ਫਿਰ 4 ਕਰੋੜ ਜੇ ਇਲੈਕਸ਼ਨ ਦੇ ਲਾਓ। ਜਿੱਤ ਗਏ ਤਾਂ ਸੰਭਾਵਨਾ ਹੁੰਦੀ ਹੋ ਸਕਦਾ ਕੱਢ ਲਾਂਗੇ, ਹਾਰ ਗਏ ਤਾਂ ਗਿਆ 7-8 ਕਰੋੜ ਹੋ ਜਾਏ। ਬੜੇ ਪੋਲੀਟੀਕਲ ਬੰਦੇ ਨੇ ਕਰੋੜਾਂ ਰੁਪਈਏ ਕਰਜ਼ਾ ਦੇਣਾ। ਕਰੋੜਾਂ ਤੋਂ ਲੱਖਾਂ ਲੁੱਖਾਂ ਨਹੀਂ, ਕਰੋੜਾਂ ਰੁਪਈਏ ਕਰਜ਼ਾ ਦੇਣਾ। ਇਹ ਤਾਂ ਧਰਮ ਹੈ ਨਾ। ਮੈਂ ਜਿਹਨੇ ਐਵੇਂ ਜਾਣੇ ਨੇ, ਇੱਕ ਵਾਰੀ ਵਾਹਿਗੁਰੂ ਕਹਤਾ ਉਹਦਾ ਵੀ ਫਲ ਤੁਹਾਨੂੰ ਮਿਲਣਾ ਹੈ ਨਾ। ਜ਼ਬਰਦਸਤ ਚੀਜ਼। ਸੰਸਾਰਿਕ ਪੜ੍ਹਾਈ ਮੈਂ ਦੇਖਿਆ ਸਾਲ ਭਰ ਬੱਚਾ ਪੜ੍ਹਦਾ ਰਹਿੰਦਾ। ਇਮਤਿਹਾਨ ਦੇ ਵਿੱਚ ਆ ਕੇ ਦੁਰਘਟਨਾ ਹੋ ਗਈ ਹੈ, ਫੇਲ ਹੋ ਜਾਊਗਾ, 60 ਫੇਟ ਵੱਜ ਗਈ। ਜਾਂ ਬਿਮਾਰ ਹੋ ਗਿਆ ਫਿਰ ਵੀ ਫੇਲ ਹੋ ਜਾਏਗਾ। ਗਈ ਨਾ ਸਾਲ ਭਰ ਦੀ ਮਿਹਨਤ ਐਵੇਂ। ਬਸ ਨਾਮ ਜਪਿਆ, ਬਾਣੀ ਪੜ੍ਹੀ, ਐਵੇਂ ਜਾਣੀ ਨਹੀਂ। ਇਹਨੇ ਤਾਂ ਆਪਣਾ ਫਲ ਦੇਣਾ ਹੀ ਦੇਣਾ ਹੈ। ਇਸ ਲਈ ਨਾਮ ਬਾਣੀ ਦਾ ਫਲ ਦੇਣਾ ਹੀ ਦੇਣਾ ਹੈ। ਹਾਂ, ਕਿੰਨਾ ਅਸੀਂ ਕਰਦੇ ਫਿਰ ਫਲ ਵੀ ਤਾਂ ਓਨਾ ਹੀ ਮਿਲਣਾ। ਜਿੰਨਾ ਗੁੜ ਪਾਈਏ ਓਨਾ ਹੀ ਮਿੱਠਾ ਹੁੰਦਾ ਹੈ। ਜਾਣੇ ਕਹਿੰਦੇ ਨੇ ਅਸੀਂ ਗੁੜ ਥੋੜ੍ਹਾ ਪਾਉਣਾ, ਮਿੱਠਾ ਬਹੁਤਾ ਪਾਲਦੇ ਹਾਂ। ਅਤੇ ਥੁੱਕੀ ਬੜੇ ਪਕਾਉਣਾ ਚਾਹੁੰਦੇ ਹਾਂ ਵੀ ਤੇਲ ਦੀ ਵੀ ਲੋੜ ਨਾ ਪਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਤੁਹਾਨੂੰ ਉਹੀ ਮਿਲੂ ਜੋ ਤੁਸੀਂ ਦਿੱਤਾ। ਜੋ ਤੁਸੀਂ ਸੰਸਾਰ ਨੂੰ ਦਿੱਤਾ ਨਾ, ਤੁਹਾਨੂੰ ਉਹੀ ਮਿਲਣਾ। ਦੁੱਖ ਦਿੱਤਾ, ਦੁੱਖ ਮਿਲਣਾ। ਸੁੱਖ ਦਿੱਤਾ, ਸੁੱਖ ਮਿਲਣਾ। ਦਾਨ ਕੀਤਾ ਹੋਇਆ, ਧਨ ਮਿਲਣਾ ਹੈ। ਨਾਮ ਜਪਿਆ ਹੈ, ਸੁੱਖ ਮਿਲਣਾ ਹੈ। ਕਈ ਲੋਕ ਅਮੀਰ ਤੇ ਹੁੰਦੇ ਨੇ ਪਰ ਦੁਖੀ ਹੁੰਦੇ ਨੇ, ਕਿਉਂਕਿ ਉਹਨਾਂ ਦਾਨ ਤੇ ਕੀਤਾ ਪਰ ਪਿਛਲੇ ਜਨਮ 'ਚ ਨਾਮ ਨਹੀਂ ਜਪਿਆ। ਅਮੀਰ ਤੇ ਹੋ ਗਏ ਪਰ ਸੁਖੀ ਨਹੀਂ ਹੈਗੇ। ਕਈ ਨੇ ਨਾਮ ਜਪਿਆ, ਦਾਨ ਨਹੀਂ ਕੀਤਾ ਹੁੰਦੇ, ਉਹ ਸੁਖੀ ਤੇ ਹੋ ਜਾਂਦੇ ਨੇ, ਅਮੀਰ ਨਹੀਂ ਹੁੰਦੇ, ਗਰੀਬ ਘਰ 'ਚ ਪੈਦਾ ਹੋ ਜਾਂਦੇ ਨੇ। ਇਸੇ ਗੁਰੂ ਮਾਰ ਕੇ ਨਾਮ ਵੀ ਜਪੋ ਅਤੇ ਦਸਵੰਧ ਵੀ ਕੱਢੋ, ਭਾਵ ਲੋੜਵੰਦਾਂ ਦੀ ਸਹਾਇਤਾ ਕਰੋ ਜਿੰਨੇ ਜੋਗੇ ਹੈਗੇ। ਆਪਣੀ ਸਮਰੱਥਾ ਤੋਂ ਵੱਧ ਨਹੀਂ ਕਰਨਾ। ਜਿੰਨੇ ਜੋਗੇ ਹੋ ਲੋੜਵੰਦਾਂ ਦੀ ਸਹਾਇਤਾ ਕਰੋ। ਪਹਿਲਾਂ ਆਪਣਾ ਰਿਸ਼ਤੇਦਾਰ ਵੇਖੋ ਵੀ ਉਹਨਾਂ 'ਚ ਨਹੀਂ ਕੋਈ ਗਰੀਬ ਲੋੜਵੰਦ, ਕਿਉਂਕਿ ਉਹਨਾਂ ਔਖੇ ਵੇਲੇ ਤੁਹਾਡੇ ਕੰਮ ਆਉਣਾ ਹੈ। ਮੰਗਤੇ ਦੀ ਤੁਸੀਂ ਸਹਾਇਤਾ ਕਰਦੇ ਹੋ। ਤੁਸੀਂ ਬਿਮਾਰ ਹੋ ਗਏ, ਮੰਗਤਾ ਹਾਲ ਚਾਲ ਨਹੀਂ ਤੁਹਾਡਾ ਪੁੱਛਣ ਜਾਏਗਾ ਹਸਪਤਾਲ 'ਚ। ਨੋ, ਉਹ ਨਹੀਂ ਹਾਲ ਚਾਲ ਪੁੱਛਣ ਜਾਏਗਾ। ਆਮ ਲੋਕ ਦੀ ਕਿਸੇ ਤੁਸੀਂ ਸਹਾਇਤਾ ਕਰਦੇ, ਉਹ ਵੀ ਨਹੀਂ ਹਾਲ ਚਾਲ ਪੁੱਛਣ ਜਾਏਗਾ। ਨੋ, ਦੋਸਤ ਮਿੱਤਰ ਰਿਸ਼ਤੇਦਾਰ ਇਹੀ ਜਾਣਗੇ ਹਾਲ ਚਾਲ ਪੁੱਛਣ। ਬਾਕੀ ਜਿੰਨਾ ਮਰਜ਼ੀ ਤੁਸੀਂ ਦੇ ਲਓ, ਕੋਈ ਨਹੀਂ ਤੁਹਾਡਾ ਹਾਲ ਚਾਲ ਪੁੱਛਣ ਜਾਂਦਾ। ਸੋ ਇਸ ਲਈ ਕਹਿੰਦੇ ਜੋ ਚਾਹੇ ਸੋਈ ਮਿਲੇ, ਨਾਨਕ ਹਰ ਗੁਣ ਗਾਏ। ਹਰੀ ਦੇ ਗੁਣ ਗਾ। ਜਦ ਨਾਨਕ ਕੱਕੇ ਨੂੰ ਔਂਕੜ ਤੋਂ ਬਿਨਾਂ ਹੋਵੇ ਨਾ, ਉਹਦਾ ਮਤਲਬ ਹੈ ਇਨਸਾਨ, ਹੈ ਭਾਈ ਤੂੰ ਪਰਮਾਤਮਾ ਦੇ ਗੁਣ ਗਾ। ਜੋ ਚਾਹੇਗਾ ਉਹ ਤੈਨੂੰ ਮਿਲ ਜਾਏਗਾ। ਗੋਬਿੰਦ ਜਸ ਗਾਈਏ ਹਰ ਨੀਤ, ਮਿਲ ਭਜੀਏ ਸਾਧ ਸੰਗ ਮੇਰੇ ਮੀਤ। ਹੈ ਮੇਰੇ ਮਿੱਤਰਾ, ਪਰਮਾਤਮਾ ਦਾ ਜਸ ਗਾ। ਨੀਤ ਹਮੇਸ਼ਾ। ਇੱਕ ਨਿੱਤ ਹੁੰਦਾ, ਇੱਕ ਅਨਿੱਤ ਹੁੰਦਾ। ਨਿੱਤ ਹਮੇਸ਼ਾ,
ਅਨਿਤ ਜਿਹਨੇ ਹਮੇਸ਼ਾ ਨਹੀਂ ਰਹਿਣਾ। ਨੀਤ ਹਮੇਸ਼ਾ, ਨਿਤ ਤੋਂ ਬਣਾ ਨੀਤ, ਕਵਿਤਾ ਜੁੜਨ ਲਈ ਨੀਤ ਬਣਾਇਆ, ਕਿਉਂਕਿ ਅੱਗੇ ਮੀਤ ਆ ਗਿਆ ਨਾ। ਜਾਂ ਇੱਥੇ ਨਿਤ ਲਿਖਦੇ ਤੇ ਉੱਥੇ ਮਿੱਤ ਲਿਖਦੇ ਤਾਂ ਸੀ। ਹਮੇਸ਼ਾ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ, ਉਹਦਾ ਜਸ ਗਾਉਣਾ ਚਾਹੀਦਾ ਹੈ। ਮਿਲ ਭਜੀਏ ਸਾਧ ਸੰਗ ਮੇਰੇ ਮੀਤ, ਹੈ ਮੇਰੇ ਮਿੱਤਰਾ, ਗੁਰੂ ਦੀ ਸੰਗਤ 'ਚ ਆ ਕੇ, ਸਤ ਸੰਗਤ 'ਚ ਆ ਕੇ ਪਰਮਾਤਮਾ ਦਾ ਨਾਮ ਜਪ। ਸਾਧ ਸੰਗੀਆਂ ਨਾਲ ਮਿਲ ਕੇ ਨਾ ਕਹਿੰਦੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਗੋਬਿੰਦ ਜਸ ਗਾਈਐ ਹਰ ਨੀਤ, ਗੋਬਿੰਦ ਜਸ ਗਾਈਐ ਹਰ ਨੀਤ, ਗਾਈਐ ਹਰ ਨੀਤ, ਗਾਈਐ ਹਰ ਨੀਤ। ਮਿਲ ਭਜੀਐ ਸਾਧ ਸੰਗ ਮੇਰੇ ਮੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤ, ਸਾਧ ਸੰਗ ਮੇਰੇ ਮੀਤ। ਇਸ ਲਈ ਕਹਿੰਦੇ ਭਾਈ ਸਤ ਸੰਗਤ 'ਚ ਆ ਕੇ ਪਰਮਾਤਮਾ ਦਾ ਨਾਮ ਜਪੋ। ਲੋਕ ਘਰ ਹੀ ਬੈਠੇ ਰਹਿੰਦੇ ਨੇ, ਆਉਂਦੇ ਨਹੀਂ ਹੈਗੇ, ਵਿਹਲੇ ਹੁੰਦੇ ਨੇ, ਗਿਆਨ ਨਹੀਂ ਨਾ ਹੈਗਾ। ਇਹ ਗੱਲ ਦ੍ਰਿੜੀ ਨਹੀਂ ਹੋਈ ਹੈ ਵੀ ਸਤ ਸੰਗ 'ਚ ਆ ਕੇ ਨਾਮ ਜਪਣ ਦਾ ਕਿੰਨਾ ਫਲ ਵੱਜ ਜਾਂਦਾ ਹੈ। ਨਾ ਗਿਆਨ ਹੋਣ ਕਰਕੇ, ਜਾਂ ਗਿਆਨ ਹੁੰਦਾ ਕਈ ਵਾਰੀ, ਉਸ 'ਤੇ ਅਮਲ ਨਹੀਂ ਮਨੁੱਖ ਕਰਦਾ। ਮੈਂ ਦੇਖਿਆ ਗਿਆਨ ਤਾਂ ਬਹੁਤ ਗੱਲਾਂ ਦਾ ਹੁੰਦਾ, ਮਨੁੱਖ ਉਸ 'ਤੇ ਅਮਲ ਹੀ ਨਹੀਂ ਕਰਦਾ। ਉਸ ਗਿਆਨ ਨੂੰ ਕਿ ਸਿਰ 'ਚ ਮਾਰਨਾ। ਜਿਸ ਗਿਆਨ ਦੀ ਤੁਸੀਂ ਵਰਤੋਂ ਹੀ ਜ਼ਿੰਦਗੀ 'ਚ ਨਹੀਂ ਕਰਨੀ, ਉਸ ਗਿਆਨ ਨੂੰ ਕਿ ਸਿਰ 'ਚ ਮਾਰਨਾ, ਕੀ ਕਰਨਾ ਉਸ ਤੋਂ? ਗਿਆਨ ਉਹੀ ਹੁੰਦਾ ਹੈ ਜਿਹਦੀ ਵਰਤੋਂ ਜ਼ਿੰਦਗੀ ਕੀਤੀ ਜਾਵੇ। ਹੁਣ ਗਿਆਨ ਤੇ ਹੋ ਗਿਆ, ਨਾਮ ਜਪਣਾ ਚਾਹੀਦਾ, ਹੁਣ ਜਪਦਾ ਨਹੀਂ ਹੈ, ਉਸ ਗਿਆਨ ਨੂੰ ਵੀ ਕੀ ਕਰੋਗੇ ਜੀ? ਉਸ ਗਿਆਨ ਨੂੰ ਵੀ ਕੀ ਕਰਾਂਗੇ ਜਿਹਦੀ ਵਰਤੋਂ ਹੀ ਨਹੀਂ ਕਰਨੀ ਹੈਗੀ। ਸ਼ਲੋਕ। ਕਰੋ ਬੰਦਨਾ ਅਨੇਕ ਵਾਰ, ਸ਼ਰਨ ਪਰੋ ਹਰ ਰਾਏ, ਭ੍ਰਮ ਕਟਿਐ ਨਾਨਕ ਸਾਧ ਸੰਗ, ਦੁਤੀਆ ਭਾਵ ਮਿਟਾਏ। ਕਹਿੰਦਾ ਅਨੇਕਾਂ ਵਾਰ ਪਰਮਾਤਮਾ ਨੂੰ ਨਮਸਕਾਰ ਕਰੋ, ਕਰੋ ਬੰਦਨਾ। ਤੁਸੀਂ ਕਹੋ ਕਰੋ ਕਿਉਂ ਨਹੀਂ ਹੈ? ਕਿਉਂਕਿ ਇਸ ਦੇ ਵਿੱਚ ਜਿਹੜਾ ਅੱਗੇ ਸ਼ਬਦ ਆ ਰਿਹਾ ਹੈ ਉਹ ਜੇ ਦੂਜੇ ਲਈ ਗੱਲ ਹੈ, ਉਹ ਆਪਣੇ ਲਈ ਨਹੀਂ ਹੈ, ਦੂਸਰੇ ਲਈ ਹੈ। ਇਸ ਲਈ ਸ਼ਲੋਕ ਵੀ ਫਿਰ ਦੂਸਰੇ ਲਈ ਹੈ। ਉੱਪਰ ਆਪਣੇ ਲਈ ਗੱਲ ਸੀ, ਜਿਵੇਂ ਚਾਰ ਕੁੰਡ ਦੈ ਦਿਸ ਭ੍ਰਮਿਓ ਤਿਸ ਬਿਨ ਅਵਰਨਾ। ਮੈਂ ਕਹਿੰਦਾ ਚਾਰੇ ਦਿਸ਼ਾਵਾਂ 'ਚ, 10 ਦਿਸ਼ਾਵਾਂ 'ਚ ਭਟਕਦਾ ਰਿਹਾ। ਇਹ ਆਪਣੇ ਵੱਲੋਂ ਹੋਣ ਕਰਕੇ ਉੱਪਰ ਆਪਾਂ ਪੜ੍ਹਿਆ ਹੈ ਕਰੋ ਬੰਦਨਾ 'ਤੇ, ਇੱਥੇ ਦੂਸਰੇ ਨੂੰ ਕਿਹਾ ਗਿਆ ਹੈ। ਕਰੋ ਬੰਦਨਾ ਅਨੇਕ ਵਾਰ, ਸ਼ਰਨ ਪਰੋ ਹਰ ਰਾਏ। ਅਨੇਕਾਂ ਵਾਰ ਪਰਮਾਤਮਾ ਨੂੰ ਨਮਸਕਾਰ ਕਰੋ। ਪਰਮਾਤਮਾ ਜੋ ਸਭ ਦਾ ਰਾਜਾ ਹੈ, ਰਾਏ ਰਾਜਾ ਹੈ, ਉਹਦੀ ਸ਼ਰਨ 'ਚ ਆਓ, ਉਹਦੀ ਸ਼ਰਨ 'ਚ ਪਾਓ। ਫਿਰ ਕੀ ਹੋਏਗਾ? ਭ੍ਰਮ ਘਟੀਏ, ਜਿਹੜੀ ਭਟਕਣਾ ਹੈ ਅੰਦਰ ਉਹ ਖਤਮ ਹੋ ਜਾਏਗੀ। ਭ੍ਰਮ ਘਟੀਐ ਨਾਨਕ ਸਾਧ ਸੰਗ, ਗੁਰੂ ਦੀ ਸੰਗਤ ਕਰਕੇ ਜੋ ਮਨ 'ਚ ਭਟਕਣਾ ਸੀ ਉਹ ਖਤਮ ਹੋ ਜਾਏਗੀ। ਦੁਤੀਆ ਭਾਵ ਮਿਟਾਏ, ਅਤੇ ਮਾਇਆ ਦਾ ਜਿਹੜਾ ਮੋਹ ਹੈ, ਸੰਸਾਰਕ ਮੋਹ ਹੈ, ਇਹ ਖਤਮ ਹੋ ਜਾਏਗਾ। ਨਾਮ ਜਪੀ ਜਾਣ ਨਾਲ ਜਿਹੜਾ ਮੋਹ ਹੈ ਉਹ ਘਟਦਾ ਜਾਂਦਾ ਹੈ। ਕਿਉਂ? ਇੱਕ ਪਾਸੇ ਨੂੰ ਪਿਆਰ ਵਧੇਗਾ, ਦੂਜੇ ਪਾਸੇ ਘਟੇਗਾ, ਕੁਦਰਤੀ ਗੱਲ ਹੈ। ਪਹਿਲਾਂ ਬੱਚੇ ਦਾ ਮਾਂ ਪਿਓ ਨਾਲ ਪਿਆਰ ਹੈ, ਜਦੋਂ ਵਿਆਹ ਜਾਂਦਾ ਫਿਰ ਉਹਦਾ ਝੁਕਾਅ ਪਤਨੀ ਵੱਲ ਹੁੰਦਾ ਕਿ ਉਹਦੇ ਨਾਲ ਪਿਆਰ ਹੋ ਜਾਂਦਾ, ਮਾਂ ਪਿਓ ਨਾਲ ਘਟ ਜਾਂਦਾ ਹੈ। ਮਾਂ ਪਿਓ ਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ, ਉਹ ਕਹਿੰਦੇ ਸਾਡਾ ਸਾਡੇ ਨੂੰਹ ਐਸੀ ਆਈ, ਸਾਡੇ ਮੁੰਡੇ ਨੂੰ ਪੱਟੀ ਪੜ੍ਹਾਤੀ ਹੈ ਜੀ, ਹੁਣ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਹੈਗਾ ਜੀ। ਹੁਣ ਉਹਨੂੰ ਉਸ ਮਾਂ ਨੂੰ ਪੁੱਛੇ ਤੂੰ ਕਿਹੜਾ ਘੱਟ ਸੀ, ਤੂੰ ਵੀ ਤਾਂ ਐਂ ਕੀਤਾ ਸੀ। ਸਾਰੇ ਹੀ ਐਂ ਕਰਦੇ ਨੇ, ਆਪਣਾ ਭੁੱਲ ਜਾਂਦਾ, ਆਪਣਾ ਵੇਲਾ ਭੁੱਲ ਜਾਂਦਾ, ਦੂਜੇ ਦਾ ਯਾਦ ਰਹਿੰਦਾ ਹੈ। ਇਹੀ ਮੇਰੇ ਕੋਲ ਆਉਣਗੇ ਜੀ, ਉਹ ਸਾਡੀ ਜਿਹੜਾ ਹੈ ਸਾਡਾ ਮੁੰਡਾ ਜੀ ਆਪਣੇ ਘਰ ਵਾਲੇ ਦੇ ਆਖੇ ਲੱਗਦਾ ਜੀ। ਮੈਂ ਮਾੜੀ ਗੱਲ ਹੈ? ਜਿੱਥੇ ਆਖੇ ਲੱਗਦਾ ਮਾੜੀ ਗੱਲ ਤਾਂ ਨਹੀਂ ਹੈ ਜੀ, ਜਦ ਆਖੇ ਨਾ ਲੱਗੇ ਤਾਂ ਹੈ। ਮੈਂ ਉਹਨਾਂ ਦੇ ਆਪਸ 'ਚ ਬਣਦੀ ਹੈ, ਕਹਿੰਦੇ ਹਾਂ, ਮੈਂ ਫਿਰ ਤੁਸੀਂ ਦਾਣੇ ਲੈਣੇ ਨੇ।
ਤੁਸੀਂ ਸਮਝ ਅੱਡ ਹੋ ਗਏ ਬਸ। ਕੱਲ੍ਹ ਨੂੰ ਵੀ ਤਾਂ ਉਹਨੇ ਅੱਡ ਹੀ ਹੋਣਾ, ਤੁਸੀਂ ਵੀ ਤਾਂ ਅੱਡ ਹੀ ਹੋਏ ਸੀ। ਜਨਾਨੀ ਦਾ ਪਹਿਲਾ ਕੰਮ ਹੈ ਆ ਕੇ ਆਪਣੇ ਪਤੀ ਨੂੰ ਆਪਣੇ ਭਰਾਵਾਂ ਤੋਂ ਅੱਡ ਕਰਨਾ, ਇਹ ਪਹਿਲੀ ਡਿਊਟੀ ਹੈ। ਉਹਨੂੰ ਚੈਨ ਹੀ ਨਹੀਂ ਆਉਂਦੀ ਜਿੰਨਾ ਚਿਰ ਅੱਡ ਨਹੀਂ ਕਰ ਲੈਂਦੀ। ਤਰਲੋ ਮੱਛੀ ਹੋਈ ਜਾਂਦੀ ਹੈ, ਟੂੰ ਟਾਂ ਜੀ ਕਰਦੀ, ਫਿਰ ਅੱਡ ਹੋ ਕੇ ਆਪਣਾ ਚੁੱਲ੍ਹਾ ਪਕਾਈ ਜਾਣਾ। ਇਹ ਕੁਦਰਤੀ ਹੈ, ਸਾਰੇ ਦੀ ਬਿਰਤੀ ਹੀ ਇਹੀ ਹੈ। ਮੈਂ ਹੁੰਦਾ ਮੈਂ ਵੀ ਇਸ ਤਰ੍ਹਾਂ ਕਰਨਾ ਸੀ। ਕਿ ਮੈਨੂੰ ਯਾਦ ਹੈ ਵੱਡਾ ਭਰਾ ਸ਼ਾਦੀ ਹੋ ਗਈ, ਸਾਲ ਬਾਅਦ ਕਹਿੰਦਾ ਮੈਂ ਤਾਂ ਅੱਡ ਹੋਣਾ। ਮੈਂ ਉਹਦੇ ਛੋਟਾ ਸੀ, ਬਾਪੂ ਜੀ ਇਕੱਲੇ ਬੈਠੇ। ਮੈਂ ਬਾਪੂ ਜੀ ਵੀ ਅਸੀਂ ਤਾਂ ਆਪਣੇ ਭਰਾ ਨੂੰ ਕੁਛ ਕਹਿੰਦੇ ਨਹੀਂ ਹੈਗੇ, ਸਾਡਾ ਇੰਨਾ ਪਿਆਰ ਹੈ, ਵੀ ਸਾਨੂੰ ਬਹੁਤ ਪਿਆਰ ਕਰਦਾ ਹੈ, ਵੀ ਇਹ ਅੱਡ ਕਿਉਂ ਹੋਣਾ ਚਾਹੁੰਦਾ? ਕਹਿੰਦੇ ਪੁੱਤਰ ਜਦ ਤੂੰ ਵਿਆਹ ਜਾਂਗਾ ਨਾ ਤੈਨੂੰ ਆਪੇ ਹੀ ਪਤਾ ਲੱਗ ਜਾਊ। ਵਾਹ, ਲੱਗ ਗਿਆ 6 ਮਹੀਨੇ ਦੇ ਵਿੱਚ ਜੀ ਪਤਾ। ਚਲੋ ਗੁਰੂ ਮਹਾਰਾਜ ਕਹਿੰਦਾ ਤੂੰ ਪਰਮਾਤਮਾ ਦੀ ਸ਼ਰਨ 'ਚ ਆ ਜਾ, ਵਾਰੀ ਵਾਰੀ ਨਮਸਕਾਰ ਕਰ, ਗੁਰੂ ਦੀ ਸੰਗਤ ਕਰ, ਤੇਰੇ ਅੰਦਰ ਭਟਕਣਾ ਖਤਮ ਹੋ ਜਾਏਗੀ। ਦੁਤੀਆ ਪਾਓ, ਜਿਹੜਾ ਸੰਸਾਰ ਨਾਲ ਮੋਹ ਹੈ ਉਹ ਖਤਮ ਹੋ ਜਾਏਗਾ। ਪੌੜੀ ਦੁਤੀਆ ਦੁਰਮਤ ਦੂਰ ਕਰ, ਦੁਤੀਆ ਪਾਵੇ ਦੂਜੀ ਥਿਤ। ਦੁਤੀਆ ਦੁਰਮਤ ਦੂਰ ਕਰ, ਗੁਰ ਸੇਵਾ ਕਰ ਨੀਤ। ਨੀਤ ਮਨੇ ਹਮੇਸ਼ਾ। ਦੁਰਮਤ ਦੂਰ ਕਰ, ਆਪਣੇ ਅੰਦਰ ਜਿਹੜੀ ਭੈੜੀ ਮੱਤ ਹੈ ਉਹਨੂੰ ਦੂਰ ਕਰ। ਗੁਰੂ ਦੀ ਹਮੇਸ਼ਾ ਸੇਵਾ ਕਰ, ਗੁਰੂ ਦੀ ਹਮੇਸ਼ਾ ਸੇਵਾ ਕਰ, ਤੇਰੇ ਅੰਦਰ ਭੈੜੀ ਮੱਤ ਦੂਰ ਹੋ ਜਾਏਗੀ। ਰਾਮ ਰਤਨ ਮਨ ਤਨ ਬਸੈ, ਤਜ ਕਾਮ ਕ੍ਰੋਧ ਲੋਭ ਮੀਤ। ਹੇ ਮਿੱਤਰ, ਆਪਣੇ ਅੰਦਰ ਕਾਮ ਕ੍ਰੋਧ ਲੋਭ ਛੱਡ ਦੇ। ਪਰਮਾਤਮਾ ਜਿਹੜਾ ਨਾਮ ਰਤਨ ਹੈ, ਨਾਮ ਨੂੰ ਰਤਨ ਕਿਹਾ। ਰਤਨ ਜਿਵੇਂ ਹੀਰਾ, ਲਾਲ, ਜਵਾਹਰ, ਇਸ ਤਰ੍ਹਾਂ ਕੀਮਤੀ ਹੈ ਪਦਾਰਥ। ਪਰਮਾਤਮਾ ਦੇ ਨਾਮ ਨੂੰ ਹੀਰਿਆਂ ਦੀ ਨਿਆਈ, ਲਾਲਾਂ ਦੀ ਨਿਆਈ, ਕੀਮਤੀ ਗਿਣਿਆ ਗਿਆ ਹੈ। ਇਹ ਨਾਮ ਰੂਪੀ ਰਤਨ ਤੇਰੇ ਮਨ ਅਤੇ ਤਨ 'ਚ ਵਸ ਜਾਏਗਾ। ਜਦੋਂ ਵਸ ਗਿਆ, ਕਾਮ ਕ੍ਰੋਧ ਲੋਭ ਆਪੇ ਤਜ ਜਾਣਗੇ, ਤੈਨੂੰ ਛੱਡ ਕੇ ਚਲੇ ਜਾਣਗੇ। ਉਂਝ ਨਹੀਂ ਛੱਡ ਹੁੰਦੇ, ਉਂਝ ਨਹੀਂ ਛੱਡ ਹੁੰਦੇ। ਗਿਆਨ ਤਾਂ ਹੁੰਦਾ, ਪਰ ਇਹ ਜਦੋਂ ਆਪਣੇ ਪੂਰੇ ਜ਼ੋਰ 'ਤੇ ਆ ਜਾਂਦੇ ਨੇ ਉਦੋਂ ਸਾਰਾ ਗਿਆਨ ਭੁੱਲ ਜਾਂਦਾ, ਉਹ ਸਾਰਾ ਗਿਆਨ ਭੁੱਲ ਜਾਂਦਾ। ਆ ਬਾਬੇ ਜਿਹੜੇ ਜੇਲ੍ਹ 'ਚ ਰਹੇ, ਗਿਆਨ ਤਾਂ ਸੀ ਇਹਨਾਂ ਨੂੰ, ਆਪਣੇ ਲੱਖਾਂ ਚੇਲਿਆਂ ਨੂੰ ਗਿਆਨ ਦਿੰਦੇ ਸਨ, ਪਰ ਆਪ ਗਿਆਨ 'ਤੇ ਅਮਲ ਨਹੀਂ ਕੀਤਾ। ਕਿਉਂਕਿ ਕਾਮ ਅਤੇ ਕ੍ਰੋਧ ਨੂੰ ਗੁਰਬਾਣੀ ਕਿ ਕਾਮ ਕ੍ਰੋਧ ਕਾਇਆ ਕੋ ਗਲ, ਜਿਉਂ ਕੰਚਨ ਸੁਹਾਗਾ ਢਲ। ਇਹ ਦੋਰੇ ਬੜੇ ਖਤਰਨਾਕ ਨੇ। ਇਹ ਪੰਜੇ ਨੂੰ ਪ੍ਰਵਿਰਤੀਆਂ ਸਾਈਕੋਲੋਜੀ ਕਹਿੰਦੇ ਨੇ। ਇਹ ਜਨਮ ਜਾਤ ਨੇ, 84 ਲੱਖ ਜੂਨੀਆਂ ਸਭ 'ਚ ਨੇ। ਇਹ ਕੀੜੇ 'ਚ ਵੀ ਪੰਜੇ ਨੇ, ਕੀੜੇ 'ਚ ਵੀ ਕਾਮ ਹੈ, ਕ੍ਰੋਧ ਹੈ, ਲੜਦੇ ਕੀੜੇ ਆਪਸ 'ਚ, ਦੇਖੋ ਤੁਸੀਂ। ਲੋਭ ਹੈ, ਇਕੱਠਾ ਕਰਨ 'ਤੇ ਲੱਗੇ ਰਹਿੰਦੇ। ਮੋਹ ਵੀ ਹੈ, ਬੱਚਿਆਂ ਨਾਲ ਮੋਹ ਹੈ, ਹੰਕਾਰ ਵੀ ਹੈ। ਫਿਰ ਇਹ ਪੰਜੇ ਪ੍ਰਵਿਰਤੀਆਂ ਜਿਹੜੀਆਂ ਨੇ ਇਹ ਜਨਮ ਜਾਤ ਨੇ, ਜਨਮ ਤੋਂ ਹੀ ਹੁੰਦੀਆਂ ਅਤੇ ਮਰਨ ਤੱਕ ਰਹਿੰਦੀਆਂ ਨੇ। ਇਹ ਜਿਨ੍ਹਾਂ ਦੇ ਅੰਦਰ ਨਾਮ ਵਸਦਾ ਨਹੀਂ ਹੈ, ਕਹਿੰਦੇ ਵਸਤੂ ਅੰਦਰ ਵਸਤ ਸਮਾਵੇ, ਜੇ ਦੂਜੀ ਹੋਵੇ ਪਸ। ਇਹ ਜਿਹੜਾ ਜਦੋਂ ਨਾਮ ਪ੍ਰਵੇਸ਼ ਅੰਦਰ ਕਰਦਾ ਹੈ, ਇਹ ਇਹਨਾਂ ਨੂੰ ਜਿਹੜੇ ਬੁਰਾਈ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ। ਚਲੋ ਦਫਾ, ਨਾਮ 'ਚ ਤਾਕਤ ਹੈ, ਬੁਰਾਈਆਂ ਦੇ ਅੱਗੇ ਅੜ ਨਹੀਂ ਸਕਦੀਆਂ। ਨਾਮ 'ਚ ਇੰਨੀ ਤਾਕਤ ਹੈ ਕਿ ਇਹਦੇ ਅੱਗੇ ਬੁਰਾਈਆਂ ਨਹੀਂ ਅੜ ਸਕਦੀਆਂ। ਜਦੋਂ ਨਾਮ ਪ੍ਰਵੇਸ਼ ਕਰਦਾ, ਇਹ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਂਦੀਆਂ ਹਨ, ਅਤੇ ਬੰਦਾ ਫਿਰ ਇਹਨਾਂ ਤੋਂ ਰਹਿਤ ਹੋ ਜਾਂਦਾ ਹੈ। ਇਹ ਨਹੀਂ ਕਿ ਇਹ ਚੀਜ਼ਾਂ ਮਰ ਜਾਂਦੀਆਂ ਨੇ, ਮਰਦੀਆਂ ਨਹੀਂ। ਹੁਣ ਬ੍ਰਹਮ ਗਿਆਨੀ ਨੇ, ਸ਼ਾਦੀशुदा ਹੁੰਦੇ ਨੇ, ਉਹਨਾਂ ਦੇ ਬੱਚੇ ਹੁੰਦੇ ਨੇ। ਕਾਮ ਮਰਦਾ ਨਹੀਂ, ਮਰਿਆ ਨਹੀਂ ਕਰਦਾ ਹੁੰਦਾ, ਕਾਮ ਅਧੀਨ ਹੋ ਜਾਂਦਾ ਮਨੁੱਖ ਦੇ। ਹੁਣ ਤੇ ਅਸੀਂ ਕਾਮ ਦੇ ਅਧੀਨ, ਤਾਂ ਹੀ ਮਾੜੇ ਕੰਮ ਮਨੁੱਖ ਕਰਦਾ ਹੈ। ਪੜ੍ਹਿਆ ਲਿਖਿਆ ਵੀ ਕਰ ਰਿਹਾ ਹੈ, ਅਸੀਂ ਕਾਮ ਦੇ ਅਧੀਨ। ਇੱਕ ਸਮਾਂ ਆਉਂਦਾ ਜਦੋਂ ਨਾਮ ਧਨ ਸਾਡੇ ਕੋਲ ਹੈਗਾ, ਅਸੀਂ ਇਹਨਾਂ ਤੋਂ ਉੱਪਰ ਉੱਠ ਜਾਵਾਂਗੇ, ਇਹਨਾਂ ਤੋਂ ਉੱਪਰ ਉੱਠ ਜਾਵਾਂਗੇ।
ਕਈ ਵਾਰ ਮੈਂ ਉਦਾਹਰਨ ਦੇਣਾ, ਫੌਕਸ ਐਂਡ ਦਾ ਗ੍ਰੇਪਸ, ਲੂੰਬੜੀ ਅਤੇ ਅੰਗੂਰ। ਅੰਗੂਰਾਂ ਕੋਲ ਲੰਘੀ ਹੈ, ਬੜੇ ਸੋਹਣੇ ਨੇ, ਜੀ ਕਰ ਰਿਹਾ ਖਾਣ ਨੂੰ, ਹੁਣ ਟੱਪਦੀ ਹੈ, ਉੱਚੇ ਨੇ, ਉੱਚੇ ਨੇ, ਟੱਪੀ ਜਾਂਦੀ ਹੈ ਵੀ ਸ਼ਾਇਦ ਗੱਲ ਬਣੇ, ਨਹੀਂ ਗੱਲ ਬਣਦੀ, ਅਤੇ ਵਿਚਾਰੀ ਕਹਿੰਦੀ ਗ੍ਰੇਪ ਸਾਰ ਵੀ ਖੱਟੇ ਨੇ ਇਹ, ਤਾਂ ਨਹੀਂ ਮੈਂ ਖਾਂਦੀ। ਇਸੇ ਤਰ੍ਹਾਂ ਹੀ ਅਸੀਂ ਜਿਹੜਾ ਹੈ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਉੱਪਰ ਉੱਠ ਜਾਂਦੇ ਹਾਂ। ਇਹਨਾਂ ਦੀ ਫਿਰ ਸਾਡੇ 'ਤੇ ਪੇਸ਼ ਨਹੀਂ ਜਾਂਦੀ ਹੈਗੀ, ਰਹਿੰਦੇ ਨੇ, ਮਰਦੇ ਨਹੀਂ ਹੈਗੇ, ਰਹਿੰਦੇ ਨੇ। ਜਿਵੇਂ ਹਵਾਈ ਜਹਾਜ਼ ਹੈ, ਇਹ 'ਚ ਤਾਕਤ ਘੱਟ ਹੈ, ਇਹ ਧਰਤੀ ਤੋਂ ਬਾਹਰ ਨਹੀਂ ਜਾ ਸਕਦਾ, ਧਰਤੀ ਨੂੰ ਖਿੱਚੀ ਰੱਖਦੇ ਆਪਣਾ, ਜਾਂਦਾ ਕਿੱਥੇ ਹੈ। ਰਾਕਟ ਦੇ ਵਿੱਚ ਧਰਤੀ ਤੋਂ ਵੱਧ ਸ਼ਕਤੀ ਹੈ, ਉਹ ਧਰਤੀ ਤੋਂ ਬਾਹਰ ਨਿਕਲ ਜਾਂਦਾ, ਫਿਰ ਧਰਤੀ ਉਹਦਾ ਕੁਛ ਨਹੀਂ ਵਿਗਾੜ ਸਕਦੀ, ਹੈ ਨਾ। ਇਸੇ ਤਰ੍ਹਾਂ ਭਜਨ ਬੰਦਗੀ ਕਰਦਿਆਂ ਕਰਦੇ ਇੱਦਾਂ ਇੰਨਾ ਅੰਦਰ ਨਾਮ ਹੋ ਜਾਂਦਾ ਹੈ ਕਿ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਪਕੜ ਤੋਂ ਉੱਪਰ ਉੱਠ ਜਾਂਦੇ ਹਾਂ, ਅਤੇ ਬਸ ਫਿਰ ਇਹ ਸਾਡਾ ਕੁਛ ਨਹੀਂ ਵਿਗਾੜ ਸਕਦੇ। ਅਜੇ ਅਸੀਂ ਇਹਨਾਂ ਦੇ ਅਧੀਨ, ਇਹ ਸਾਡਾ ਕਦੇ ਵੀ, ਜਿੰਨਾ ਚਿਰ ਮਰ ਨਹੀਂ ਜਾਂਦੇ, ਕਦੇ ਵੀ ਸਾਡਾ ਕੋਈ ਵਿਗਾੜ ਸਕਦੇ ਨੇ। ਬੰਦੇ ਤੋਂ ਕੁਝ ਵੀ ਹੋ ਸਕਦਾ ਹੈ, ਇਹ ਦਾਅਵਾ ਨਹੀਂ ਕਰਦਾ ਕਿ ਮੈਨੂੰ ਗਿਆਨ ਅਜ ਨਹੀਂ ਹੋਏਗਾ ਨਾ। ਇਹ ਕਾਮ ਅਤੇ ਕ੍ਰੋਧ ਦੋ ਐਸੀ ਚੀਜ਼ ਨੇ, ਇਹ ਵੱਡੇ ਵੱਡੇ ਦੀ ਮੱਤ ਮਾਰ ਦਿੰਦੀਆਂ ਨੇ। ਜਦੋਂ ਗੁੱਸਾ ਚੜ੍ਹਦਾ ਫਿਰ ਕੋਈ ਨਹੀਂ ਦੇਖਦਾ, ਉਹਦੀ ਪਤਾ ਲੱਗਦਾ ਆ ਕਤਲ ਕਰਤਾ ਜੀ, ਮਗਰੋਂ ਕਹਿੰਦਾ ਲੈ ਯਾਰ ਕੀ ਫਾਇਦਾ। ਕਈ ਵਾਰੀ ਆਉਂਦਾ ਹੈ, ਜਨਾਨੀ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਪਤੀ ਨੂੰ ਕਤਲ ਕਰਤਾ, ਪਤੀ ਵੀ ਗਿਆ, ਜਨਾਨੀ ਨੂੰ ਵੀ ਜੇਲ੍ਹ ਹੋ ਗਈ ਅਤੇ ਪ੍ਰੇਮੀ ਨੂੰ ਵੀ ਜੇਲ੍ਹ ਹੋ ਗਈ, ਅਤੇ ਘਟਿਆ ਕੀ, ਘਟਿਆ ਕੀ। ਮਗਰੋਂ ਆਉਂਦਾ ਵੀ ਉਹ ਯਾਰ ਵੀ ਗੱਲ ਤਾਂ ਫਿਰ ਵੀ ਕੋਈ ਨਾ ਬਣੀ, ਬੰਦਾ ਵੀ ਮਾਰ ਲਿਆ ਅਤੇ ਆਪ ਨੂੰ ਵੀ ਜੇਲ੍ਹ ਹੋ ਗਈ। ਇਹ ਮਗਰੋਂ ਹੁੰਦਾ ਕਿ ਮਗਰੋਂ ਦਾ ਫਿਰ ਕੀ ਹੋ ਗਿਆ, ਜਿਹੜਾ ਹੋਣਾ ਉਹ ਤਾਂ ਹੋ ਗਿਆ, ਜਿਹੜਾ ਹੋਣਾ ਉਹ ਤਾਂ ਹੋ ਗਿਆ ਹੈ। ਇਸ ਲਈ ਗਿਆਨ ਜਿਹੜਾ ਹੈ ਇਹ ਜਦੋਂ ਆਪਾਂ ਸਧਾਰਨ ਉਦੋਂ ਹੀ ਕੰਮ ਕਰਦਾ ਹੈ, ਨਹੀਂ ਤਾਂ ਜਦੋਂ ਇਹ ਪ੍ਰਵਿਰਤੀਆਂ ਓਵਰ ਪਾਵਰ ਸਾਨੂੰ ਕਰਦੀਆਂ ਨਾ, ਸਭ ਮੱਤ ਮਾਰ ਦਿੰਦੀਆਂ ਨੇ, ਵੱਡੇ ਵੱਡੇ ਮੱਤ ਮਾਰੀ ਜਾਂਦੀ। ਨਹੀਂ ਤਾਂ ਉਹਨਾਂ ਨੂੰ ਕੀ ਲੋੜ ਸੀ ਸਾਰੀ ਸਾਰੀ ਉਮਰ ਲਈ ਜੇਲ੍ਹਾਂ 'ਚ ਬੈਠਣ ਦੀ, ਮੱਤ ਮਾਰ, ਉਹਨੇ ਵੱਸ ਨਹੀਂ ਰਹਿੰਦਾ ਹੈ। ਕਿਉਂ? ਬ੍ਰਹਮ ਗਿਆਨੀ ਹੋਏ ਨਹੀਂ ਸਨ, ਇਹਨਾਂ ਤੋਂ ਪੁਰਸ਼ ਨਹੀਂ ਸਨ। ਰਿੱਧੀਆਂ ਸਿੱਧੀਆਂ ਹੋਣ ਕਰਕੇ ਮਾਨਤਾ ਸ਼ੁਰੂ ਹੋ ਗਈ, ਬੱਲੇ 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 ਹੋ ਗਈ। ਤੁਹਾਨੂੰ ਮੈਂ ਕਹੇ ਇੱਕ ਵੀ ਸਿੱਧੀ ਪ੍ਰਾਪਤ ਹੋ ਜੇ ਬੰਦਾ ਸਾਰੀ ਉਮਰ ਦੀ ਰੋਟੀਆਂ ਨੇ, ਉਹ ਭੁੱਖਾ ਨਹੀਂ ਮਰਦਾ ਹੈਗਾ। ਬ੍ਰਹਮ ਗਿਆਨੀ ਨਾ ਹੋਣ ਕਾਰਨ ਇਹਨਾਂ ਪੰਜਾਂ ਬੁਰਾਈਆਂ ਤੋਂ ਉੱਪਰ ਨਾ ਉਹ ਉੱਠ ਸਕੇ, ਇਸ ਕਰਕੇ ਡਿੱਕੇ 'ਚ ਆ ਗਏ। ਤਾਂ ਕਹਿੰਦੇ ਭਾਈ ਰਾਮ ਰਤਨ ਮਨ ਤਨ ਬਸੈ, ਜਦੋਂ ਪਰਮਾਤਮਾ ਦਾ ਨਾਮ ਰੂਪੀ ਹੀਰਾ ਮਨ 'ਚ ਵਸ ਜਾਏਗਾ ਨਾ, ਤਜ ਕਾਮ ਕ੍ਰੋਧ ਲੋਭ ਮੀਤ ਹੈ ਮਿੱਤਰਾ, ਤੂੰ ਕਾਮ ਕ੍ਰੋਧ ਲੋਭ ਨੂੰ ਛੱਡ ਦੇਗਾ। ਜਿਹਦਾ ਛੱਡੋ ਫਿਰ ਜੱਜੇ ਨੂੰ ਔਂਕੜ ਹੋਣਾ ਸੀ, ਤਜੋ ਪੜ੍ਹਨਾ ਆਪਾਂ ਤਜ ਸੀ, ਫਿਰ ਔਂਕੜ ਹੋਣਾ ਸੀ, ਹੁਕਮ ਹੋਣਾ ਸੀ, ਤਜੋ ਛੱਡੋ ਵੀ ਕਾਮ ਕ੍ਰੋਧ ਲੋਭ ਮੋਹ ਛੱਡੋ। ਇਹ ਕਿੱਥੇ ਛੱਡ ਹੁੰਦਾ? ਤਾਂ ਉਹਨਾਂ ਨੇ ਕਿਹਾ ਜਦੋਂ ਮਨ ਅਤੇ ਤਨ 'ਚ ਨਾਮ ਵਸ ਜਾਏਗਾ, ਇਹ ਆਪੇ ਚਲੋ ਇਹ ਮਿੱਤਰ ਆਪੇ ਭੱਜਣਗੇ। ਫਿਰ ਕੀ ਹੋਏਗਾ? ਹੋਰ ਜਦੋਂ ਨਾਮ ਵਸ ਜਾਏਗਾ, ਮਰਨ ਮਿਟੈ ਜੀਵਨ ਮਿਲੇ, ਸਦਾ ਦਾ ਜੀਵਨ ਮਿਲ ਜਾਏਗਾ। ਇਹ ਬੰਦਾ ਅਮਰ ਹੋ ਜਾਏਗਾ, ਜਮਨ ਮਰਨਾ ਖਤਮ ਹੋ ਜਾਏਗਾ। ਬਿਨ ਸੈ ਸਗਲ ਕਲੇਸ਼, ਸਾਰੇ ਦੁੱਖ ਕਲੇਸ਼ ਖਤਮ ਹੋ ਜਾਣਗੇ। ਆਪ ਤਜੋ ਗੋਬਿੰਦ ਭਜੋ, ਭਾਉ ਭਗਤ ਪ੍ਰਵੇਸ਼। ਕਹਿੰਦਾ ਆਪਣੇ ਅੰਦਰੋਂ ਹੰਕਾਰ ਛੱਡੋ, ਆਪ ਤਜੋ ਆਪਣੇ ਆਪ ਨੂੰ ਛੱਡੋ। ਅਸੀਂ ਆਪਣੇ ਅੰਦਰੋਂ ਹੰਕਾਰ ਛੱਡਣਾ, ਹੰਕਾਰ ਛੱਡੋ, ਗੋਬਿੰਦ ਭਜੋ, ਪਰਮਾਤਮਾ ਦਾ ਨਾਮ ਜਪੋ, ਭਾਉ ਭਗਤ ਪ੍ਰਵੇਸ਼। ਇਸ ਤਰ੍ਹਾਂ ਤੁਹਾਡੇ ਦਾ ਪ੍ਰੇਮਾ ਭਗਤੀ ਪ੍ਰਵੇਸ਼ ਕਰ ਜਾਏਗੀ, ਤੁਹਾਡੇ ਦਾ ਪ੍ਰੇਮਾ ਭਗਤੀ ਪੈਦਾ ਹੋ ਜਾਏਗੀ। ਅਜੇ ਅਸੀਂ ਭਗਤੀ ਕਰਦੇ ਹਾਂ, ਅਜੇ ਸਾਡਾ ਰੱਬ ਨਾਲ ਪਿਆਰ ਨਹੀਂ ਪਿਆ ਹੈ, ਅਜੇ ਸਾਡੀ ਭਗਤੀ ਪ੍ਰੇਮਾ ਭਗਤੀ ਨਹੀਂ ਹੈ, ਭਗਤੀ ਹੈ ਅਜੇ। ਭਗਤੀ ਕਰਦਿਆਂ 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 ਕਰਦੇ ਇੱਕ ਦੇ ਰੱਬ ਨਾਲ ਪਿਆਰ ਪੈਦਾ ਹੋ ਜਾਏ, ਬਸ ਫਿਰ ਆਨੰਦ ਹੀ ਆਨੰਦ ਹੈ। ਪਿਆਰ ਦੇ ਵਿੱਚ ਤਾਂ ਆਨੰਦ ਹੀ ਆਨੰਦ, ਅਤੇ ਪਿਆਰ ਹਮੇਸ਼ਾ ਦਵੱਲੀ ਹੁੰਦਾ,
ਮੋਹ ਇੱਕ ਪਾਸੜ ਹੋ ਸਕਦਾ ਹੈ। ਮੈਂ ਦੇਖਿਆ ਮਾਂ ਪਿਓ ਨੂੰ ਬੱਚਿਆਂ ਨਾਲ ਮੋਹ ਹੁੰਦਾ, ਬੱਚੇ ਨੂੰ ਕੋਈ ਨਹੀਂ ਮਾਂ ਪਿਓ ਨਾਲ ਮੋਹ ਹੁੰਦਾ, ਨਹੀਂ ਹੁੰਦਾ, ਮਾਂ ਪਿਓ ਨੂੰ ਹੁੰਦਾ। ਪਿਆਰ ਦੁਪਾਸੜ ਹੁੰਦਾ ਹੈ। ਇਸ ਲਈ ਪਿਆਰ ਬੰਦੇ ਔਰਤਾਂ ਨੂੰ ਕੀਤੇ ਹੀ ਨਹੀਂ ਜਾ ਸਕਦਾ। ਇਹਨਾਂ ਨਾਲ ਤਾਂ ਮੋਹ ਹੁੰਦਾ, ਇਹਨਾਂ ਪਿਆਰ ਨਹੀਂ ਹੁੰਦਾ ਹੈਗਾ। ਹਸਬੈਂਡ ਵਾਈਫ ਹੈ, ਮਹੀਨੇ ਬਾਅਦ ਟਿੰਨ ਫੋੜੀ ਚੱਕ ਕੇ ਤੁਰ ਜਾਂਦੀ, ਫਿਰ ਪਿਆਰ ਤੇ ਨਾ ਹੋਇਆ, ਮੋਹ ਹੀ ਸੀ ਬਸ, ਪਿਆਰ ਨਹੀਂ ਸੀ। ਜਦੋਂ ਸਾਡਾ ਰੱਬ ਨਾਲ ਪਿਆਰ ਹੈ, ਰੱਬ ਦਾ ਸਾਡੇ ਨਾਲ ਆਪਣੇ ਆਪ ਹੀ ਹੋ ਜਾਏਗਾ। ਪਿਆਰ ਦਵੱਲੀ ਹੁੰਦਾ ਹੈ। ਅਸੀਂ ਰੱਬ ਨੂੰ ਪਿਆਰ ਕਰਾਂਗੇ, ਰੱਬ ਸਾਨੂੰ ਪਿਆਰ ਕਰੇਗਾ, ਅਤੇ ਰੱਬ ਆਪਣੇ ਪਿਆਰੇ ਲਈ ਸਭ ਕੁਛ ਕਰਨ ਨੂੰ ਤਿਆਰ ਹੋ ਜਾਂਦਾ। ਰੱਬ ਆਪਣੇ ਪਿਆਰੇ ਲਈ ਸਭ ਕੁਛ ਤਿਆਰ ਹੁੰਦਾ। ਜਿਵੇਂ ਜਿਹੜੀ ਕੁਦਰਤ ਹੈ, ਬ੍ਰਹਮ ਗਿਆਨੀ ਲਈ ਕੁਦਰਤ ਆਪਣਾ ਸੁਭਾਅ ਬਦਲ ਦਿੰਦੀ ਹੈ। ਉਂਝ ਜੋ ਕੁਦਰਤ ਦੇ ਅਸੂਲ ਨੇ। ਪੱਥਰ ਸਖਤ ਹੈ, ਪੱਥਰ ਸਖਤ ਹੈ, ਪਰ ਬ੍ਰਹਮ ਗਿਆਨੀ ਲਈ ਪੱਥਰ ਨਰਮ ਹੋ ਜਾਂਦਾ ਹੈ। ਪਹਾੜ ਰੁੜ ਰਿਹਾ ਹੈ, ਬ੍ਰਹਮ ਗਿਆਨੀ ਲਈ ਰੁਕ ਜਾਂਦਾ ਹੈ। ਉਹ ਕਹਿੰਦਾ ਇਹ ਪਰਬਤ ਰੁਕ ਜਾਓ, ਉੱਥੇ ਰੁਕ ਜਾਂਦਾ। ਅੱਛਾ ਭਾਈ ਤੂੰ ਡਿੱਗ ਰਿਹਾ, ਡਿੱਗ ਪਿਆ, ਧੜਮ ਕਰਕੇ ਡਿੱਗ ਪੈਂਦਾ। ਜਗਰਾਵਾਂ 'ਚ ਕਾਉਂ ਕੇ ਪਿੰਡ ਬਹੁਤ ਵੱਡਾ ਹੈ, ਉੱਥੇ ਇੱਕ ਹਿੰਦੂ ਰਹਿੰਦਾ ਸੀ, ਸਾਧੂ। ਉਹ ਲੱਗਾ ਝੌਂਪੜੀ ਬਣਾਉਣ, ਉਧਰ ਮੀਂਹ ਪੈਣ ਲੱਗ ਗਿਆ। ਉਹਨੂੰ ਚੜ੍ਹਿਆ ਗੁੱਸਾ, ਕਹਿੰਦਾ ਉਹ ਇੰਦਰਾ ਤੇਰੀ ਪਹਿਲੇ ਇੱਕ ਲੱਤ ਟੁੱਟੀ ਹੋਈ ਹੈ, ਕਿਉਂ ਤਾਂ ਦੂਜੀ ਤੜਾਉਣੀ ਹੈ। ਮੀਂਹ ਬੰਦ ਕਰਦਾ ਕਿ ਨਹੀਂ ਕਰਦਾ? ਮੀਂਹ ਬੰਦ ਹੋ ਗਿਆ। ਬਾਕੀ ਮੀਂਹ ਪੈਂਦਾ ਰਿਹਾ, ਉਹਦੀ ਝੌਂਪੜੀ ਤੇ ਬੰਦ ਹੋ ਗਿਆ। ਝੌਂਪੜੀ ਪਾ ਪੂ ਕੇ 1-2 ਦਿਨ ਜਾ ਕੰਪਲੀਟ ਕਰ ਲਈ। ਫਿਰ ਕਹਿੰਦਾ ਬਈ ਉਹਨੇ ਚਿਰ ਮੀਂਹ ਮਾਹੌਲ ਬੰਦ ਹੋ ਗਿਆ। ਕਹਿੰਦਾ ਬਈ ਇੰਦਰਾ ਜਰਾ ਤੈਨੂੰ ਵੱਧ ਘੱਟ ਬੋਲਿਆ ਗਿਆ, ਤੂੰ ਹੁਣ ਪਾਉਣਾ ਪਾ ਲੈ। 3 ਦਿਨ ਉਹਦੀ ਝੌਂਪੜੀ ਦੇ ਮੀਂਹ ਪੈਂਦੇ ਰਹੇ, ਬਾਕੀ ਕਿਤੇ ਨਹੀਂ ਪਿਆ। ਇਹ ਨਾਮ 'ਚ ਇੰਨੀ ਤਾਕਤ ਹੈ, ਇੰਦਰ ਵੀ ਡਰਦਾ। ਧਰਮਰਾਜ ਤਾਂ ਡਰਨਾ ਹੀ ਡਰਨਾ ਸੀ ਵਿਚਾਰਾ। ਧਰਮਰਾਜ ਦਾ ਕਿਹਦਾ ਵਿਚਾਰਾ, ਉਹ ਤਾਂ ਕੁਰਸੀ ਛੱਡ ਕੇ ਖੜਾ ਹੋ ਜਾਂਦਾ। ਰਾਜਾ ਜਨਕ ਗਿਆ, ਧਰਮਰਾਜ ਖੜਾ ਹੋ ਗਿਆ, ਕਿ ਧੰਨ ਭਾਗ ਤੁਸੀਂ ਮੇਰੇ ਘਰ ਨੂੰ ਪਵਿੱਤਰ ਕੀਤਾ, ਚਰਨ ਪਾਣ, ਦੱਸੋ ਤੁਹਾਡੀ ਕੀ ਸੇਵਾ ਕਰੋ। ਐਂ ਖੜੇ ਹੋ ਜਾਂਦੇ ਧਰਮਰਾਜ। ਅਤੇ ਅਸੀਂ ਉਹਨੂੰ ਵੇਖ ਕੇ ਉੱਥੇ ਸਾਡਾ ਬੁਰਾ ਹਾਲ ਦਿੰਦਾ ਵੀ ਹੁਣ ਪਈਆਂ ਕਿ ਪਈਆਂ। ਤਾਂ ਮੈਂ ਤੁਹਾਨੂੰ ਦ੍ਰਿੜ ਕਰਨਾ ਵੀ ਨਾਮ 'ਚ ਸ਼ਕਤੀ ਤੁਸੀਂ ਕਿੰਨੀ, ਨਾਮ ਜਪਿਆ ਕਰੋ। ਮੇਰਾ ਆਹੀ ਉਦੇਸ਼ ਹੈ, ਉਦਾਹਰਨਾਂ ਦੇ ਦੇ ਕੇ ਭਾਈ ਨਾਮ ਜਪੋ। ਨਾਮ 'ਚ ਬੇਅੰਤ ਸ਼ਕਤੀਆਂ ਨੇ। ਨਾਮ ਜਪਣ ਵਾਲੇ 'ਚ ਸ਼ਕਤੀਆਂ ਪੈਦਾ ਹੋ ਜਾਂਦੀਆਂ ਨੇ, ਕਿਉਂਕਿ ਨਾਮ 'ਚ ਸ਼ਕਤੀ ਹੈ। ਜਿਹਦੇ ਅੰਦਰ ਨਾਮ ਪ੍ਰਵੇਸ਼ ਕਰ ਗਿਆ ਉਹ ਵੀ ਸ਼ਕਤੀਸ਼ਾਲੀ ਹੋ ਜਾਂਦਾ ਹੈ। ਸੋ ਤਾਂ ਕਹਿੰਦੇ ਜਦੋਂ ਤੁਸੀਂ ਹਉਮੈ ਛੱਡ ਦਿਓਗੇ, ਪਰਮਾਤਮਾ ਦਾ ਨਾਮ ਜਪੋਗੇ, ਤੁਹਾਡੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਜਾਵੇਗੀ। ਫਿਰ ਕੀ ਹੋਏਗਾ? ਲਾਭ ਮਿਲੇ ਤੋਟਾ ਹਿਰੈ, ਹਰ ਦਰਗਾਹ ਪਤਵੰਤ। ਤੁਹਾਨੂੰ ਨਾਮ ਦਾ ਲਾਹਾ ਮਿਲੇਗਾ। ਜਿਹੜਾ ਤੋਟਾ ਹੈ, ਕਿਸੇ ਚੀਜ਼ ਦੀ ਕਮੀ ਹੈ, ਉਹ ਖਤਮ ਹੋ ਜਾਏਗੀ, ਖਤਮ ਹੋ ਜਾਏਗੀ। ਅਤੇ ਹਰੀ ਦੀ ਦਰਗਾਹ ਦੇ ਵਿੱਚ ਤੁਸੀਂ ਇੱਜ਼ਤ ਵਾਲੇ ਹੋ ਜਾਏ, ਪਤਵੰਤ ਇੱਜ਼ਤ ਵਾਲੇ। ਤੁਹਾਨੂੰ ਪਰਮਾਤਮਾ ਦੀ ਦਰਗਾਹ 'ਚ ਆਦਰ ਮਾਣ ਮਿਲੇਗਾ। ਰੇ ਦਰਗਾਹ ਕਹਿ ਨ ਕੋ, ਆਓ ਬੈਠ ਆਦਰ ਸ਼ੁਭ ਦੇਉ। ਕੋਈ ਤਾਂ ਦੁਰਕਾਰੇਗਾ ਨਹੀਂ, ਆਓ ਜੀ ਬੈਠੋ ਜੀ ਬੈਠੋ ਜੀ। ਇਸ ਲਈ ਨਾਮ ਜਪਣਾ ਕਦੇ। ਆਪ ਤਜੋ ਗੋਬਿੰਦ ਭਜੋ, ਆਪ ਤਜੋ ਗੋਬਿੰਦ ਭਜੋ, ਆਪ ਤਜੋ ਗੋਬਿੰਦ ਭਜੋ, ਆਪ ਤਜੋ ਗੋਬਿੰਦ ਭਜੋ। ਭਾਉ ਭਗਤ ਪਰਵੇਸ਼, ਭਾਉ ਭਗਤ ਪਰਵੇਸ਼, ਭਾਉ ਭਗਤ ਪਰਵੇਸ਼, ਭਾਉ ਭਗਤ ਪਰਵੇਸ਼। ਲਾਭ ਮਿਲੈ ਤੋਟਾ ਹਿਰੈ, ਲਾਭ ਮਿਲੈ ਤੋਟਾ ਹਿਰੈ, ਲਾਭ ਮਿਲੈ ਤੋਟਾ ਹਿਰੈ, ਲਾਭ ਮਿਲੈ ਤੋਟਾ ਹਿਰੈ।
ਹਰ ਦਰਗਾਹ ਪਤਵੰਤ, ਹਰ ਦਰਗਾਹ ਪਤਵੰਤ, ਹਰ ਦਰਗਾਹ ਪਤਿਵੰਤ, ਹਰ ਦਰਗਾਹ ਪਤਿਵੰਤ। ਸੋ ਇਸ ਲਈ ਭਾਈ ਜਿੰਨਾ ਸਮਾਂ ਮਿਲੇ ਭਜਨ ਬੰਦਗੀ ਕਰਨੀ ਹੈ। ਜਿਹੜਾ ਮੇਰੇ ਫਿਜ਼ੀਓਥੈਰੇਪੀ ਕਰਨ ਆਉਂਦਾ ਹੈ ਉਹ ਵੀ ਲੱਗ ਗਿਆ 10-10 ਮਿੰਟ ਵਾਹਿਗੁਰੂ ਕਰਨ। ਕਹਿੰਦਾ ਬਾਬਾ ਜੀ ਜੇ ਮੈਂ 15-20 ਦਿਨ ਹੋਰ ਆਉਂਦਾ ਨਾ ਮੈਂ ਵੀ ਲੱਗ ਜਾਗਾ, ਨਹੀਂ ਤਾਂ ਕਹਿੰਦਾ ਮੈਂ ਤਾਂ ਫਜ਼ੂਲ ਹੀ ਗਿਣਦਾ ਹੁੰਦਾ ਸੀ। ਕਹਿ ਤੁਹਾਡੇ ਸੰਪਰਕ 'ਚ ਆਉਣ ਤੋਂ ਪਹਿਲਾਂ 46 ਸਾਲ ਮੈਂ ਤਾਂ ਫਜ਼ੂਲ ਹੀ ਸਮਝਦਾ ਸੀ ਵੀ ਕਿਆ ਹੈ, ਲੱਗੇ ਨੇ ਆਰਾਮ ਕਰਨ। ਕਹਿੰਦਾ ਮੈਨੂੰ ਤਾਂ ਤੁਹਾਡੇ ਗੱਲਾਂ ਸੁਣ ਸੁਣ ਕੇ ਹੁਣ ਗਿਆਨ ਹੋਇਆ ਹੈ ਵੀ ਭਜਨ ਬੰਦਗੀ ਵੀ ਕਰਨੀ ਚਾਹੀਦੀ। ਮੈਂ ਹੁਣ ਕਹਿੰਦਾ 5 ਮਿੰਟਾਂ ਤੋਂ ਸ਼ੁਰੂ ਕਰ ਲਈ, ਹੌਲੀ ਹੌਲੀ ਵਧਾ ਦਾਂਗਾ। ਹਾਂ ਕੁਝ ਲੱਗੇ ਰਹੋ। ਮੈਂ ਜਿਹਦੀ ਆਪਾਂ ਸੰਗਤ ਕਰਾਂਗੇ ਭੈੜੇ ਚੰਗੇ ਦੀ ਅਸਰ ਤਾਂ ਪੈਂਦਾ ਹੀ ਹੈ ਨਾ, ਅਸਰ ਤਾਂ ਪੈਂਦਾ ਹੀ ਹੈ ਉਹਦਾ। ਅੱਜ ਤਾਂ 20 ਕੁ ਦਿਨ ਹੀ ਹੋਏ ਨੇ ਅਤੇ ਉਹ ਮੰਨ ਗਿਆ। ਹਾਂਜੀ ਕਹਿੰਦਾ ਵਾਕਈ ਭਜਨ ਬੰਦਗੀ ਕਰਨੀ ਚਾਹੀਦੀ ਹੈ ਜੀ। ਮਹਿਸੂਸ ਹੋ ਗਿਆ ਸਨ ਅਤੇ ਮਹਿਸੂਸ ਹੀ ਕਰਾਉਣਾ ਹੁੰਦਾ, ਫਿਰ ਬੰਦਾ ਲੱਗਾ ਰਹਿੰਦਾ ਹੁੰਦਾ। ਅਤੇ ਜਦੋਂ ਉਹਦਾ ਫਾਇਦਾ ਹੋਣ ਲੱਗ ਜਾਏਗਾ ਫਿਰ ਬੰਦਾ ਆਪੇ ਹੀ ਲੱਗਾ ਰਹਿੰਦਾ ਹੈ। ਫਿਰ ਬੰਦਾ ਆਪੇ ਹੀ ਲੱਗਾ ਰਹਿੰਦਾ ਵੀ ਹਾਂ ਇਹਦਾ ਵਾਕਈ ਫਾਇਦਾ ਹੈ। ਮੰਨ ਲਓ ਮੈਂ ਤੁਹਾਨੂੰ ਚਿੜੀਹਾ ਦਿੱਤਾ, ਉਹ ਤੁਹਾਡਾ ਕਾਰਜ ਰਾਸ ਹੋ ਗਿਆ, ਤੁਹਾਨੂੰ ਸਮਝ ਆ ਗਈ ਵੀ ਉਹ ਇਹ ਤਾਂ ਬਾਣੀ 'ਚ ਇੰਨੀ ਤਾਕਤ ਹੈ, ਤਾਂ ਕਾਰਜ ਹੀ ਰਾਸ ਕਰਦਾ ਹੈ। ਤੁਸੀਂ ਫਿਰ ਕਦੋਂ ਕੰਮ ਫਿਰ ਮੇਰੇ ਕੋਲ ਆਵੋਗੇ। ਹਾਂਜੀ ਵੀ ਸਾਡਾ ਪਹਿਲਾ ਕਾਰਜ ਰਾਸ ਹੋ ਗਿਆ ਸੀ, ਹੁਣ ਆਹ ਹੈ ਦੱਸੋ ਜੀ। ਅਤੇ ਸਾਡੇ ਕੋਲ ਤਾਂ ਬਾਣੀ ਹੀ ਹੈ, ਕਿਉਂਕਿ ਬਾਣੀ ਜਿਹੜੀ ਹੈ ਬੇਅੰਤ ਸ਼ਕਤੀਆਂ ਦੀ ਮਾਲਕ ਹੈ। ਕਿਉਂਕਿ ਧੁਰ ਕੀ ਬਾਣੀ ਹੈ, ਇਹ ਕਿਸੇ ਸਧਾਰਨ ਬੰਦੇ ਦੀ ਨਹੀਂ ਲਿਖੀ ਹੋਈ। ਧੁਰ ਕੀ ਬਾਣੀ ਪਰ ਰੱਬੀ ਬਾਣੀ ਹੈ। ਇਹ ਰੱਬੀ ਬੋਲ ਨੇ, ਸਿਰਫ ਗੁਰੂਆਂ ਦੇ ਮੁੱਖ ਰਾਹੀਂ ਇਹ ਬੋਲੇ ਗਏ ਹਨ। ਕਿਉਂਕਿ ਪਰਮਾਤਮਾ ਜੇ ਆਪ ਬੋਲਦਾ ਹੈ ਸਾਨੂੰ ਪਤਾ ਨਹੀਂ ਲੱਗਣਾ, ਸਾਨੂੰ ਪਤਾ ਲੱਗ ਇੱਥੇ ਕੋਈ ਸੂਖਸ਼ਮ ਰੂਪ 'ਚ ਆ ਜਾਏ ਆਪਾਂ ਨੂੰ ਕੀ ਪਤਾ ਲੱਗਣਾ ਇਹ ਕੀ ਕਹਿ ਰਿਹਾ, ਇਹ ਕੀ ਕਹਿ ਰਿਹਾ। ਇਸ ਲਈ ਪਰਮਾਤਮਾ ਫਿਰ ਖਾਸ ਮਨੁੱਖਾਂ 'ਤੇ ਕਿਰਪਾ ਕਰਦਾ ਹੈ। ਉਹ ਫਿਰ ਸੰਸਾਰ 'ਚ ਆ ਕੇ ਅਵਤਾਰ ਪੈਗੰਬਰ ਗੁਰੂ ਬਣਦੇ ਨੇ। ਉਹ ਫਿਰ ਪਰਮਾਤਮਾ ਦਾ ਸੁਨੇਹਾ ਦਿੰਦੇ ਹਨ। ਗੁਰੂ ਪਰਮਾਤਮਾ ਦਾ ਸੁਨੇਹਾ ਦਿੰਦਾ ਹੈ, ਜਿਹੜੇ ਅੱਗੇ ਸੰਤ ਮਹਾਤਮਾ ਨੇ ਇਹ ਗੁਰੂ ਦਾ ਸੁਨੇਹਾ ਦਿੰਦੇ ਨੇ। ਇਹ ਗੁਰੂ ਦਾ ਸੁਨੇਹਾ ਦਿੰਦੇ ਨੇ। ਸੰਤ ਮਹਾਤਮਾ ਗੁਰੂ ਨਾਲ ਜੋੜਦੇ ਨੇ, ਗੁਰੂ ਰੱਬ ਨਾਲ ਜੋੜਦਾ ਹੈ। ਕਿਉਂਕਿ ਜਿਹੜਾ ਵਿਚੋਲਾ ਹੈ ਉਹ ਗੁਰੂ ਹੀ ਹੈ। ਪਰਮਾਤਮਾ ਨਾਲ ਮਿਲਾਉਣ ਵਾਲਾ ਜਿਹੜਾ ਵਿਚੋਲਾ ਹੈ ਉਹ ਗੁਰੂ ਹੈ। ਅੱਗੇ ਕਹਿੰਦੇ ਰਾਮ ਨਾਮ ਧਨ ਸੰਚਵੈ, ਸਾਚ ਸ਼ਾਹ ਭਗਵੰਤ। ਸੰਚਵੈ ਹੁੰਦਾ ਇਕੱਠਾ ਕਰਦਾ ਹੈ। ਜਿਹੜਾ ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਦਾ, ਸੱਚਾ ਸ਼ਾਹ ਉਹੀ ਹੈ। ਸੰਸਾਰਿਕ ਸ਼ਾਹ ਦੇ ਨਾਸਵਾਨ ਨੇ, ਇਹਨਾਂ ਦੇ ਝੂਠੇ ਸ਼ਾਹ ਕਿਹਾ ਗਿਆ। ਉਹ ਸੱਚੇ ਸ਼ਾਹ ਨੇ, ਭਗਵੰਤ ਨੇ, ਭਾਗਾਂ ਵਾਲੇ ਨੇ। ਜਿਹੜਾ ਪਰਮਾਤਮਾ ਦਾ ਨਾਮ ਧਨ ਇਕੱਠਾ ਕਰਦਾ ਹੈ ਉਹ ਸੱਚਾ ਸ਼ਾਹੂਕਾਰ ਹੈ, ਉਹ ਭਾਗਾਂ ਵਾਲਾ ਹੈ। ਇਸ ਲਈ ਕਹਿੰਦੇ ਊਠਤ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ। ਉੱਠਦਿਆਂ ਬੈਠਦਿਆਂ ਕਹਿੰਦੇ ਪਰਮਾਤਮਾ ਦਾ ਨਾਮ ਜਪੋ, ਸਾਧੂ ਸੰਗ ਪ੍ਰੀਤ ਅਤੇ ਗੁਰੂ ਦੇ ਨਾਲ ਪਿਆਰ ਕਰੋ। ਗੁਰੂ ਦੀ ਸੰਗਤ ਨੂੰ ਪਿਆਰ ਕਰੋ। ਉੱਠਦਿਆਂ ਬੈਠਦਿਆਂ ਪਰਮਾਤਮਾ ਦਾ ਨਾਮ ਜਪੋ। ਫਿਰ ਕੀ ਹੋਏਗਾ? ਨਾਨਕ ਦੁਰਮਤ ਛੁੱਟ ਗਈ। ਅੰਦਰ ਜਿਹੜੀ ਭੈੜੀ ਮੱਤ ਹੈ ਉਹ ਖਤਮ ਹੋ ਜਾਏਗੀ। ਹੋਰ ਕੀ ਹੋਏਗਾ? ਪਾਰ ਬ੍ਰਹਮ ਬਸੇ ਚੀਤ, ਅਤੇ ਰੱਬ ਹਿਰਦੇ 'ਚ ਵਸ ਜਾਏਗਾ। ਭੈੜੀ ਮੱਤ ਖਤਮ ਹੋ ਜਾਏਗੀ, ਪਰਮਾਤਮਾ ਹਿਰਦੇ 'ਚ ਵਸ ਜਾਏਗਾ। ਬਸ ਉੱਠਦਿਆਂ ਬੈਠਦਿਆਂ ਨਾਮ ਜਪਣਾ ਅਤੇ ਗੁਰੂ ਦੀ ਸੰਗਤ ਕਰਨੀ। ਊਠਤ ਬੈਠਤ ਹਰ ਭਜੋ, ਊਠਤ ਬੈਠਤ ਹਰ ਭਜੋ, ਊਠਤ ਬੈਠਤ ਹਰ ਭਜੋ, ਊਠਤ ਬੈਠਤ ਹਰ ਭਜੋ।
ਸਾਧੂ ਸੰਗ ਪ੍ਰੀਤ, ਸਾਧੂ ਸੰਗ ਪ੍ਰੀਤ, ਸਾਧੂ ਸੰਗ ਪ੍ਰੀਤ, ਸਾਧੂ ਸੰਗ ਪ੍ਰੀਤ। ਨਾਨਕ ਦੁਰਮਤ ਛੁਟ ਗਈ, ਨਾਨਕ ਦੁਰਮਤ ਛੁਟ ਗਈ, ਨਾਨਕ ਦੁਰਮਤ ਛੁਟ ਗਈ, ਨਾਨਕ ਦੁਰਮਤ ਛੁਟ ਗਈ। ਪਾਰ ਬ੍ਰਹਮ ਬਸੈ ਚੀਤ, ਪਾਰ ਬ੍ਰਹਮ ਬਸੈ ਚੀਤ, ਪਾਰ ਬ੍ਰਹਮ ਵਸੈ ਚੀਤ, ਪਾਰ ਬ੍ਰਹਮ ਵਸੈ ਚੀਤ। ਇਸ ਲਈ ਭਾਈ ਉੜਦਿਆਂ ਬੈਠਦਿਆਂ ਨਾਮ ਜਪਦੇ ਰਹੋ, ਲੇਟਿਓ ਵਿਹਲੇ ਹੋ ਨਾਮ ਜਪੀ ਜਾਓ। ਮੂਲ ਮੰਤਰ ਦਾ ਜਾਪ ਕਰੀਏ, ਤੁਹਾਡੀ ਆਪਣੀ ਮਰਜ਼ੀ, ਸਾਰੀ ਭਜਨ ਬੰਦਗੀ ਹੈ। ਬਾਣੀ ਮੂੰਹ ਜ਼ਬਾਨੀ ਯਾਦ ਹੈ, ਤੁਸੀਂ ਲੇਟੇ ਵੀ ਪੜ੍ਹ ਸਕਦੇ ਹੋ, ਜੁੱਤੀ ਪਾ ਕੇ ਸੈਰ ਕਰਦੇ ਵੀ ਪੜ੍ਹ ਸਕਦੇ ਹੋ। ਪਰ ਅਗਰ ਤੁਸੀਂ ਗੁਟਕਾ ਜਾਂ ਪੋਥੀ ਲੈ ਕੇ ਪੜ੍ਹਨੇ, ਫਿਰ ਤੁਹਾਨੂੰ ਬਹਿਣਾ ਪੈਣਾ ਹੈ। ਹੱਥ ਪੈਰ ਧੋਤੇ ਹੋਣੇ ਚਾਹੀਦੇ ਹਨ, ਉਹ ਆਪਣੀ ਇੱਕ ਮਰਿਆਦਾ ਹੈ। ਮੂੰਹ ਜ਼ਬਾਨੀ ਬਹੁਤ ਸਾਰੇ ਲੋਕ ਨਾਲੇ ਸੈਰ ਕਰਦੇ ਨੇ, ਨਾਲ ਆਪਣਾ ਨਿਤਨੇਮ ਕਰ ਲੈਂਦੇ ਨੇ, ਹਾਲਾਂਕਿ ਜੁੱਤੀ ਪਾਈ ਹੁੰਦੀ ਉਦੋਂ, ਕਿਉਂਕਿ ਮੂੰਹ ਜ਼ਬਾਨੀ ਹੋ। ਇਸ ਲਈ ਜਿਵੇਂ ਸਿਮਰਨ ਹੈ, ਇਹ ਹਰ ਹਾਲਤ ਵਿੱਚ ਕੀਤਾ ਜਾ ਸਕਦਾ ਹੈ। ਨਹਾਤੇ ਹੋ ਤਾਂ ਵੀ, ਨਹੀਂ ਨਹਾਤੇ ਹੋ ਤਾਂ ਵੀ, ਬੈਠੇ ਹੋ ਤਾਂ ਵੀ, ਲੇਟੇ ਹੋਏ ਤਾਂ ਵੀ, ਸੈਰ ਕਰ ਰਹੇ ਹੋ ਤਾਂ ਵੀ, ਸਿਮਰਨ ਨੂੰ ਕਿਸੇ ਵੀ ਹਾਲਤ ਵਿੱਚ ਕੀਤਾ ਜਾ ਸਕਦਾ ਹੈ। ਤਾਂ ਹੀ ਉਹਨੇ ਕਿਹਾ ਊਠ ਤੇ ਬੈਠ ਤੇ ਹਰ ਭਜੋ, ਭਾਵ ਹਰ ਵੇਲੇ, ਭਾਵ ਹਰ ਵੇਲੇ ਨਾਮ ਜਪਦੇ ਰਹੋ। ਸ਼ਲੋਕ। ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਇ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਤੀਨ ਵਿਆਪੈ, ਮਾਇਆ ਦੇ ਤਿੰਨ ਗੁਣ ਨੇ, ਇੱਕ ਰਜੋ, ਇੱਕ ਤਮੋ, ਇੱਕ ਸਤੋ। ਤਮੋ ਗੁਣ ਹੁੰਦਾ ਨਾ ਆਪ ਨੂੰ ਉਹ ਕੰਮ, ਜੇ ਨਾ ਕੋਈ ਆਪ ਨੂੰ ਫਾਇਦਾ, ਨਾ ਕੋਈ ਸੰਸਾਰ ਨੂੰ ਫਾਇਦਾ। ਇੱਕ ਬੰਦਾ ਨਸ਼ੇ ਕਰਦਾ ਹੈ, ਪਿਆ ਰਹਿੰਦਾ ਹੈ, ਉਹਨੂੰ ਆਪ ਨੂੰ ਕੋਈ ਨਹੀਂ ਫਾਇਦਾ, ਪੈਸੇ ਦੀ ਬਰਬਾਦੀ, ਜਿਹੜਾ ਹੈ ਸਿਹਤ ਖਰਾਬ ਹੁੰਦੀ ਹੈ, ਆਦਰ ਮਾਣ ਖਤਮ ਹੁੰਦਾ। ਨਸ਼ੇ ਦਾ ਕੌਣ ਆਦਰ ਮਾਣ ਕਰਦਾ ਹੈ? ਅਤੇ ਲੋਕਾਂ ਦਾ ਤਾਂ ਕੋਈ ਫਾਇਦਾ ਕੋਈ ਨਹੀਂ ਕਰਨਾ ਹੁੰਦਾ। ਇਹ ਹੁੰਦੇ ਤਮੋ ਗੁਣੀ ਲੋਕ। ਰਜੋ ਗੁਣੀ ਹੁੰਦੇ ਨੇ, ਆਪਣਾ ਫਾਇਦਾ ਹੋਣਾ ਚਾਹੀਦਾ, ਦੂਜੇ ਦਾ ਭਾਵੇਂ ਨੁਕਸਾਨ ਹੋ ਜਾਏ, ਉਹ ਆਪਣੇ ਫਾਇਦੇ ਲਈ ਕੰਮ ਕਰਦੇ ਨੇ। ਸਤੋ ਗੁਣੀ ਹੁੰਦੇ ਨੇ ਵੀ ਦੂਜੇ ਦਾ ਵੀ ਭਲਾ ਹੋਵੇ, ਆਪਣਾ ਵੀ ਭਲਾ ਹੋਵੇ। ਪਰ ਉਹ ਬ੍ਰਹਮ ਗਿਆਨ ਦੀ ਅਵਸਥਾ ਤੋਂ ਫਿਰ ਵੀ ਹੇਠਾਂ ਹੁੰਦੇ ਨੇ, ਕਿਉਂਕਿ ਮਾਇਆ ਦੇ ਅਧੀਨ ਨੇ। ਮਾਇਆ ਦੇ ਤਿੰਨੋਂ ਗੁਣ, ਤਿੰਨਾਂ ਗੁਣਾਂ ਵਾਲੀ ਮਾਇਆ ਸਾਰੇ ਜਗਤ ਨੂੰ ਵਿਆਪੀ ਹੋਈ ਹੈ, ਸਾਰੇ ਸੰਸਾਰ ਨੂੰ ਪ੍ਰਭਾਵਿਤ ਕਰ ਰਹੀ ਹੈ ਮਾਇਆ। ਤੁਰਿਆ ਪਾਵੈ ਕੋਈ, ਤੁਰਿਆ ਅਵਸਥਾ, ਚੌਥੀ ਅਵਸਥਾ, ਮਾਇਆ ਤੋਂ ਉੱਪਰਲੀ ਅਵਸਥਾ, ਉਹਨੂੰ ਕਹਿੰਦੇ ਤੁਰਿਆ ਅਵਸਥਾ, ਉਹਨੂੰ ਕਹਿੰਦੇ ਉਨਮਨੀ ਅਵਸਥਾ, ਉਹਨੂੰ ਕਹਿੰਦੇ ਬ੍ਰਹਮ ਗਿਆਨ ਦੀ ਅਵਸਥਾ, ਉਹਨੂੰ ਕਹਿੰਦੇ ਚੌਥਾ ਪਦ। ਉਹ ਕੋਈ ਵਿਰਲਾ ਟਾਵਾਂ ਹੈ। ਸਾਰੇ ਸੰਸਾਰ 'ਤੇ ਮਾਇਆ ਦਾ ਪ੍ਰਭਾਵ ਹੈ, ਪਰ ਤੁਰਿਆ ਅਵਸਥਾ 'ਤੇ ਕੋਈ ਵਿਰਲਾ ਟਾਵਾਂ ਹੀ ਹੈ। ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ 'ਚ ਪਰਮਾਤਮਾ ਵਸ ਗਿਆ, ਉਹ ਨਿਰਮਲ ਹੋ ਗਏ। ਨਿਰਮਲ ਹੋਣ ਕਰਕੇ ਉਹ ਸੰਤ ਹੋ ਗਏ। ਨਾਮ ਤੇ ਬੜੀ ਦੁਨੀਆ ਜਪਦੀ ਹੈ, ਪਰ ਨਿਰਮਲ ਨਹੀਂ ਹੁੰਦੇ। ਹਿਰਦਾ ਸ਼ੁੱਧ ਨਹੀਂ ਹੁੰਦਾ, ਕੁਝ ਨਾ ਕੁਝ ਮਾੜਾ ਸੋਚਿਆ ਜਾਂਦਾ, ਮਾੜਾ ਕੀਤਾ ਜਾਂਦਾ, ਫਿਰ ਮਨ ਮੈਲਾ ਹੋ ਜਾਂਦਾ। ਮਨ ਸ਼ੁੱਧ ਅਤੇ ਪਵਿੱਤਰ ਹੋਵੇਗਾ ਤਾਂ ਪਰਮਾਤਮਾ ਪ੍ਰਵੇਸ਼ ਕਰੇਗਾ। ਪਰਮਾਤਮਾ ਜਦੋਂ ਪ੍ਰਵੇਸ਼ ਕਰੇਗਾ, ਫਿਰ ਹੀ ਬੰਦਾ ਸੰਤ ਅਤੇ ਸਾਧੂ ਬਣੇਗਾ, ਬ੍ਰਹਮ ਗਿਆਨੀ ਬਣੇਗਾ। ਇਸ ਲਈ ਪਰਮਾਤਮਾ ਕਹਿੰਦਾ ਤੂੰ ਬੁਰਾਈਆਂ ਛੱਡ ਦੇ, ਮੇਰਾ ਨਾਮ ਜਪੀ ਜਾ। ਨਵੀਂ ਮੈਲ ਤੂੰ ਲੱਗਣ ਨਹੀਂ ਦੇਗਾ, ਪੁਰਾਣੀ ਤੇਰੇ ਨਾਮ ਨੇ ਲਾ ਦੇਣੀ ਹੈ, ਕਿਉਂਕਿ ਨਾਮ ਦੇ ਅੱਗੇ ਤਾਂ ਕੁਝ ਆੜ ਹੀ ਨਹੀਂ ਸਕਦੀ ਹੈਗੀ। ਨਾਮ 'ਚ ਇੰਨੀ ਤਾਕਤ ਹੈ, ਉਹਦੇ ਅੱਗੇ ਕੋਈ ਆੜ ਹੀ ਨਹੀਂ ਸਕਦਾ ਹੈ। ਸੋ ਜਿਵੇਂ ਆਪਾਂ ਕਹਿੰਦੇ ਇੱਕੋ ਥਾਂ 'ਤੇ ਗੋਲੀਆਂ ਮਾਰੀ, ਤੋਪ ਦੇ ਗੋਲੇ ਮਾਰੀ ਜੋ ਮਾਰੀ ਵਿੱਚ ਮੋਹਰਾ ਹੋ ਜਾਏਗਾ, ਇੱਕੋ ਥਾਂ 'ਤੇ ਹੋ ਜਾਏਗਾ। ਵਾਹਿਗੁਰੂ 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 ਕਰਦੇ ਕਰਦੇ ਸਭ ਭੱਜ ਪੁੱਜ ਜਾਂਦੇ ਨੇ। ਵਾਹਿਗੁਰੂ ਤਾਕਤ ਹੀ ਨਹੀਂ। ਸੋ ਤਾਂ ਕਹਿੰਦੇ ਪੌੜੀ ਤ੍ਰਿਤੀਆ, ਇਹ ਤੀਸਰੀ ਥਿਤ ਨੂੰ
ਤ੍ਰਿਤੀਆ ਤ੍ਰੈ ਗੁਣ ਬਿਖੈ ਫਲ, ਕਬ ਉੱਤਮ ਕਬ ਨੀਚ। ਮਾਇਆ ਦੇ 3 ਗੁਣ ਨੇ, 3 ਗੁਣ। ਇਹ ਬਿਖ ਹੈ, ਇਹ ਜ਼ਹਿਰ ਦੀ ਨਿਆਈ ਨੇ। ਮਾਇਆ ਵਿੱਚ ਆ ਕੇ ਬੰਦਾ ਕਦੇ ਉੱਤਮ ਤੇ ਕਦੇ ਨੀਚ, ਕਦੇ ਚੰਗੇ ਕੰਮ ਕਰਦਾ, ਕਦੇ ਮਾੜੇ ਕਰ ਦਿੰਦਾ ਹੈ, ਮਾਇਆ ਦੇ ਅਧੀਨ ਹੋ ਕੇ। ਕਿਉਂ? ਜਦੋਂ ਸਤੋਗੁਣੀ ਹੋ ਜਾਂਦਾ ਉਦੋਂ ਚੰਗੇ ਕੰਮ ਕਰ ਦਿੰਦਾ, ਜਦੋਂ ਫਿਰ ਤਮੋਗੁਣੀ ਹੋ ਜਾਂਦਾ ਫਿਰ ਭੈੜੇ ਕੰਮ ਕਰ ਦਿੰਦਾ ਹੈ, ਕਿ ਮਾਇਆ ਦੇ ਅਧੀਨ ਹੈ। ਜਦੋਂ ਚੌਥੀ ਅਵਸਥਾ 'ਤੇ ਚਲੇ ਜਾਵਾਂਗੇ ਫਿਰ ਮਾੜਾ ਹੋਵੇਗਾ ਹੀ ਨਹੀਂ ਹੈਗੀ, ਕਿਉਂਕਿ ਮਨ ਤੇ ਸ਼ੁੱਧ ਹੋ ਜਾਏ, ਨਿਰਮਲ ਹੋ ਜਾਏਗਾ। ਨਿਰਮਲ ਮਨ ਦੇ ਭੈੜਾ ਖਿਆਲ ਹੀ ਨਹੀਂ ਆਉਣਾ ਹੈ। ਨਾ ਭੈੜਾ ਖਿਆਲ ਆਵੇ, ਨਾ ਅਸੀਂ ਕਿਤੇ ਭੈੜਾ ਕਰੀਏ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤਾਂ ਖਿਆਲ ਆਉਂਦਾ ਹੈ। ਚੋਰੀ ਕਰਨੀ, ਪਹਿਲਾਂ ਚੋਰੀ ਦਾ ਖਿਆਲ ਆਵੇਗਾ, ਔਰ ਵਾਰੀ ਵਾਰੀ ਆਵੇਗਾ, ਫਿਰ ਕਿਸੇ ਨਾ ਕਿਸੇ ਚੋਰੀ ਕਰ ਲਾਂਗੇ, ਕਿਉਂ ਖਿਆਲ ਆ ਰਿਹਾ ਹੈ। ਜਦੋਂ ਮਨ ਹੀ ਪਵਿੱਤਰ ਹੋ ਜਾਏ, ਮਾੜਾ ਖਿਆਲ ਹੀ ਨਹੀਂ ਆਵੇਗਾ ਅੰਦਰ। ਅੰਦਰ ਮਾੜਾ ਖਿਆਲ ਹੀ ਨਹੀਂ ਹੋਣਾ, ਨਾ ਮਾੜਾ ਖਿਆਲ ਆਵੇ, ਨਾ ਬੰਦਾ ਫਿਰ ਮਾੜਾ ਕੰਮ ਕਰੇ। ਨਰਕ ਸੁਰਗ ਭਰਮ ਤੋਂ ਘਣੋ, ਸਦਾ ਸੰਘਾਰੈ ਮੀਚ। ਮੀਚ ਮੌਤ ਨੂੰ ਕਹਿੰਦੇ ਨੇ, ਸੰਘਾਰ ਮਾਰਨ ਨੂੰ ਕਹਿੰਦੇ ਨੇ। ਕਦੇ ਨਰਕਾਂ 'ਚ ਕਦੇ ਸੁਰਗਾਂ 'ਚ ਭਟਕਦਾ ਫਿਰਦਾ, ਭਰਮ ਤੋਂ ਬਹੁਤ ਭਟਕਦਾ, ਕਦੇ ਨਰਕਾਂ 'ਚ ਕਦੇ ਸੁਰਗਾਂ 'ਚ। ਸਦਾ ਸੰਘਾਰੈ ਮੀਚ, ਮੌਤ ਨੂੰ ਹਮੇਸ਼ਾ ਮਾਰਦੀ ਹੈ। ਪਰ ਮੌਤ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਬ੍ਰਹਮ ਗਿਆਨ 'ਚ ਜਾ ਕੇ ਮੌਤ ਦਾ ਡਰ ਹੀ ਖਤਮ ਹੋ ਜਾਂਦਾ ਹੈ। ਉਹਨਾਂ 'ਚ ਸਾਨੂੰ ਡਰ ਰਹਿਣਾ ਹੀ ਰਹਿਣਾ। ਜਦੋਂ ਬ੍ਰਹਮ ਗਿਆਨ ਹੋ ਗਿਆ ਫਿਰ ਮੌਤ ਦਾ ਡਰ ਨਹੀਂ ਰਹਿੰਦਾ। ਹਰਖ ਸੋਗ ਸਹਿਸਾ ਸੰਸਾਰ, ਹਾਂ ਹਾਂ ਕਰਤ ਬਿਹਾਏ। ਸੰਸਾਰ 'ਚ ਕਦੇ ਖੁਸ਼ੀ, ਹਰਖ ਹਿੰਦੀ ਸ਼ਬਦ ਹਰਸ਼। ਹਰਸ਼ ਤਾਂ ਪੰਜਾਬੀ ਬਣਨਾ ਹਰਖ, ਖੁਸ਼ੀ। ਸੋਗ ਅਫਸੋਸ, ਸਹਿਸਾ ਡਰ। ਸੰਸਾਰ 'ਚ ਤਾਂ ਆਹੀ ਚੀਜ਼ਾਂ ਨੇ, ਕਦੇ ਖੁਸ਼ੀ, ਕਦੇ ਗਮੀ, ਕਦੇ ਸੰਸਾ। ਹਾਂ ਹਾਂ ਕਰਤ ਪਿਆ। ਮਨੁੱਖ ਮੈਂ ਕਰਦੇ ਜ਼ਿੰਦਗੀ ਬਤੀਤ ਕਰ ਦਿੰਦਾ। ਮੈਂ ਆ ਕੀਤਾ, ਮੈਂ ਆ ਕਰ ਸਕਦਾ ਹਾਂ, ਤੂੰ ਮੈਨੂੰ ਕੀ ਸਮਝਿਆ। ਇਹ ਹੰਕਾਰ ਦੀ ਨਿਸ਼ਾਨੀ, ਤੂੰ ਮੈਨੂੰ ਕੀ ਸਮਝਿਆ। ਫਿਰ ਨਾਲੇ ਦਾੜੀ 'ਤੇ ਹੱਥ ਫੇਰਦਾ, ਤੂੰ ਮੈਨੂੰ ਕੀ ਸਮਝਿਆ। ਪਰਮਾਤਮਾ ਕਹਿੰਦਾ ਭਲਿਆ ਮਾਨਸ, ਜਿਸ ਚੀਜ਼ ਦਾ ਤੂੰ ਹੰਕਾਰ ਕਰਦਾ ਇਹ ਤਾਂ ਮੈਂ ਹੀ ਤੈਨੂੰ ਦਿੱਤਾ ਹੋਇਆ। ਜਦੋਂ ਮਰਜ਼ੀ ਤੇਰੇ ਤੋਂ ਖੋਲਾਂ, ਫਿਰ ਕੀ ਕਰਾਂਗੇ ਦੱਸ। ਮਰਜ਼ੀ ਜਦੋਂ ਮਰਜ਼ੀ ਖੋਲਿਓ, ਉਹਦੀ ਚੀਜ਼ ਹੈ, ਉਹ ਖੋ ਸਕਦਾ ਹੈ। ਮਨੁੱਖ ਹੰਕਾਰ ਕਰਦਾ, ਮੈਂ ਕਰਦਾ, ਜ਼ਿੰਦਗੀ ਬਤੀਤ ਬਿਹਾਏ ਮਨੇ ਬਿਤਾਉਣਾ, ਜ਼ਿੰਦਗੀ ਬਤੀਤ ਕਰਦਾ ਹੈ। ਜਿਨ ਕੀਏ ਤਿਸੈ ਨਾ ਜਾਣਨੀ। ਜਿਸ ਪਰਮਾਤਮਾ ਨੇ ਇਹ ਇਨਸਾਨ ਬਣਾਏ ਨੇ ਉਹਨੂੰ ਤਾਂ ਜਾਣਦੇ ਹੀ ਨਹੀਂ ਹੈਗੇ। ਉਹਨੂੰ ਜਾਣਦੇ ਨੇ। ਚਿਤਵੇਂ ਅਨਕ ਉਪਾਏ, ਹੋਰ ਹੋਰ ਉਪਾਅ ਚਿਤਦਾ ਰਹਿੰਦਾ, ਹੋਰ ਹੋਰ ਉਪਾਅ ਸੋਚਦਾ ਰਹਿੰਦਾ ਹੈ, ਪਰ ਪਰਮਾਤਮਾ ਬਾਰੇ ਸੋਚਦਾ ਹੀ ਨਹੀਂ ਹੈਗਾ ਵੀ ਉਹਦਾ ਵੀ ਮੈਂ ਨਾਮ ਜਪ ਲਵਾਂ। ਆਦ ਵਿਆਦ ਉਪਾਦ ਰਸ, ਕਮੂ ਨ ਟੂਟੈ ਤਾਪ। ਆਦ ਮਾਨਸਿਕ ਦੁੱਖ, ਵਿਆਦ ਸਰੀਰਕ ਦੁੱਖ, ਉਪਾਦ ਅਚਾਨਕ ਦੁੱਖ। ਹੜ੍ਹ ਆ ਗਿਆ, ਦੁੱਖ, ਬਰਬਾਦੀ ਹੋ ਗਈ। ਭੁਚਾਲ ਆ ਗਿਆ, ਬਰਬਾਦੀ ਹੋ ਗਈ। ਵੱਡੀ ਬਿਮਾਰੀ ਫੈਲ ਗਈ, ਬਰਬਾਦੀ ਹੋ ਗਈ। ਉਹ ਸਾਰੇ ਉਪਾਦ। ਰਸ ਅਤੇ ਇੰਦਰੀਆਂ ਦੇ ਰਸ, ਕਬੂ ਨਾ ਟੂਟੈ ਤਾਪ। ਇਹਨਾਂ ਦਾ ਦੁੱਖ ਕਦੇ ਖਤਮ ਹੀ ਨਹੀਂ ਹੁੰਦਾ। ਕੋਈ ਨਾ ਕੋਈ ਮਨੁੱਖ ਨੂੰ ਦੁੱਖ ਲੱਗਾ ਹੀ ਰਹਿੰਦਾ ਹੈ। ਕਦੇ ਮਾਨਸਿਕ ਦੁੱਖ, ਕਦੇ ਸਰੀਰਕ ਦੁੱਖ, ਕਦੇ ਧਨ ਦਾ ਦੁੱਖ, ਕਦੇ ਇੰਦਰੀਆਂ ਦੇ ਤਸੱਲੀ ਨਹੀਂ ਹੁੰਦੀ, ਉਹ ਦੁੱਖ। ਤਾਪ ਮਨੇ ਦੁੱਖ। ਤੀਨੇ ਤਾਪ ਨਿਵਾਰਨ ਹਾਰਾ। ਆ 3 ਤਾਪ ਨੇ, ਆਦ ਵਿਆਦ ਉਪਾਦ। ਇਹ 3 ਤਾਪ ਨੇ, ਇਹ 3 ਪ੍ਰਕਾਰ ਦੇ ਦੁੱਖ ਨੇ। ਪਾਰ ਬ੍ਰਹਮ ਪੂਰਨ ਧਨੀ, ਨਹਿ ਬੂਝੈ ਪ੍ਰਤਾਪ। ਪਰਮਾਤਮਾ ਪੂਰਨ ਹੈ, ਧਨੀ, ਉਹ ਮਾਲਿਕ ਹੈ, ਨਾ ਬੂਝੈ ਪ੍ਰਤਾਪ। ਇਹ ਮਨੁੱਖ ਉਹਦੇ ਤਪ ਤੇਜ ਨੂੰ ਜਾਣਦੇ ਹੀ ਨਹੀਂ ਹੈਗੇ। ਨੰਨਾ ਹਾ ਫਾਰਸੀ ਦਾ ਸ਼ਬਦ ਹੈ, ਇਹਦਾ ਚਾਹਨਾ ਨਾ। ਨੰਨਾ ਹਾ ਹੈ ਨਸਿਆਰੀ, ਹਿੰਦੀ ਦਾ ਸ਼ਬਦ ਹੈ, ਉਹਦਾ ਚਾਹਨਾ ਨਹਿ। ਨੰਨਾ ਹਾ ਹੈ ਨਸਿਆਰੀ, ਨਹਿ ਅਰਥ ਹੈ ਨਾ। ਨੰਨਾ ਹਾ
ਇਹ ਫਾਰਸੀ ਦਾ ਸ਼ਬਦ ਹੈ, ਇਹਦਾ ਉਚਾਰਨ ਹੈ ਨਾ। ਨਾ ਬੂਝੈ ਪ੍ਰਤਾਪ, ਪਰਮਾਤਮਾ ਜੋ ਤਪ ਤੇਜ ਹੈ ਉਹਨੂੰ ਇਹ ਸਮਝਦੇ ਹੀ ਨਹੀਂ ਹੈਗਾ। ਉਹ ਪਰਮਾਤਮਾ ਪੂਰਨ ਤਾਂ ਨਹੀਂ ਹੈ, ਉਹਨੂੰ ਜਾਣਦੇ ਹੀ ਨਹੀਂ। ਮੋਹ ਪਰਮ ਬੂੜਤ ਘਣੂ, ਮਹਾ ਨਰਕ ਮੈਂ ਵਾਸ। ਮੋਹ ਵਿੱਚ, ਭਰਮ ਵਿੱਚ ਡੁੱਬਿਆ ਹੋਇਆ, ਬੂੜਤ ਡੁੱਬਣਾ, ਡੁੱਬਿਆ ਹੋਇਆ ਹੈ। ਘਣੂ ਮਨੇ ਬਹੁਤ ਜ਼ਿਆਦਾ, ਮਹਾ ਨਰਕ ਮੈਂ ਵਾਸ, ਅਤੇ ਨਰਕ 'ਚ ਦਾ ਵਸ, ਭਾਵ ਦੁਖਦਾਈ ਜੀਵਨ ਹੈ। ਜਿਵੇਂ ਗਰੀਬੀ ਹੈ ਆਪਣੇ ਆਪ 'ਚ ਨਰਕ ਹੈ, ਬਿਮਾਰੀ ਹੈ ਆਪਣੇ ਆਪ 'ਚ ਹੀ ਨਰਕ ਹੈ। ਬਿਮਾਰ ਬੰਦੇ ਦਾ ਜੀਵਨ ਨਰਕ ਹੋ ਜਾਂਦਾ ਹੈ। ਕੋਈ ਖਾਣ ਨੂੰ ਨਹੀਂ ਜੀਅ ਕਰਦਾ, ਕੋਈ ਪਹਿਨਣ ਨੂੰ ਨਹੀਂ ਜੀਅ ਕਰਦਾ, ਕੋਈ ਕਿਸੇ ਨਾਲ ਗੱਲ ਕਰਨ ਨੂੰ ਨਹੀਂ ਜੀਅ ਕਰਦਾ ਹੈ, ਨਰਕ ਹੋ ਗਿਆ। ਗਰੀਬੀ ਵੀ ਆਪਣੇ ਆਪ 'ਚ ਨਰਕ ਹੈ। ਰੋਟੀ ਪਾਣੀ ਨੂੰ ਬੰਦਾ ਤਰਸਦਾ ਰਹਿੰਦਾ ਹੈ, ਆਪਣੇ ਆਪ 'ਚ ਨਰਕ ਹੈ। ਸਿਰਫ ਇੰਨਾ ਹੈ ਕਿ ਨਰਕ ਵਿੱਚ ਪੈਦਾ ਹੋਣ ਕਰਕੇ ਅਤੇ ਨਰਕ 'ਚ ਰਹਿਣ ਕਰਕੇ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਨਰਕ 'ਚ ਰਹਿ ਰਹੇ ਹਾਂ। ਗਰੀਬੀ ਵਿੱਚ ਹੀ ਬੱਚਾ ਪੈਦਾ ਹੋਇਆ, ਗਰੀਬਾਂ ਦੇ ਵਿੱਚ ਹੀ ਰਹਿੰਦਾ ਹੈ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਗਰੀਬੀ 'ਚ ਰਹਿ ਰਿਹਾ ਹਾਂ। ਕਿਉਂ? ਜਿੰਨਾ ਚਿਰ ਅਮੀਰੀ ਵੇਖੇਗਾ ਨਹੀਂ, ਉਹਨੂੰ ਕੀ ਪਤਾ ਵੀ ਗਰੀਬੀ ਅਤੇ ਅਮੀਰੀ ਫਰਕ ਕੀ ਹੈ, ਨਹੀਂ ਪਤਾ। ਕ੍ਰਿਸ਼ਨ ਭਗਵਾਨ ਦਾ ਮਿੱਤਰ ਹੈ ਸੁਦਾਮਾ, ਪੰਡਿਤ ਹੈ, ਗਰੀਬ ਹੈ। ਕ੍ਰਿਸ਼ਨ ਮਹਾਰਾਜ ਅਮੀਰ ਨੇ, ਦੋਨੋਂ ਦੋਸਤ ਨੇ। ਦੋਸਤ 'ਚ ਅਮੀਰੀ ਗਰੀਬੀ, ਸੁੰਦਰਤਾ ਅਤੇ ਕਾਲਾਪਣ ਇਹ ਨਹੀਂ ਵੇਖਿਆ ਜਾਂਦਾ। ਇੱਕ ਕਾਲਾ ਇੱਕ ਗੋਰਾ ਦੋਸਤੀ ਹੋ ਸਕਦੀ ਹੈ, ਇੱਕ ਗਰੀਬ ਹੈ ਅਮੀਰ ਹੈ ਦੋਸਤੀ ਹੋ ਸਕਦੀ ਹੈ। ਤਾਂ ਸੁਦਾਮੇ ਦੀ ਮਾਂ ਰਾਤ ਨੂੰ ਚੌਲ ਭਿਉਂਦੀ ਹੈ, ਸਵੇਰੇ ਉਹ ਚਿੱਟਾ ਜਿਹਾ ਪਾਣੀ ਹੁੰਦਾ, ਉਹ ਆਪਣੇ ਬੱਚੇ ਨੂੰ ਮਿੱਠਾ ਪਾ ਕੇ ਪਿਲਾ ਦੇ, ਲੈ ਪੁੱਤ ਦੁੱਧ ਪੀ ਲੈ, ਫਿਰ ਸਕੂਲੇ ਜਾਈ। ਕ੍ਰਿਸ਼ਨ ਭਗਵਾਨ ਹੀ ਦੁੱਧ ਪੀ ਕੇ ਜਾਂਦੇ ਨੇ। ਪਹਿਲਾਂ ਕ੍ਰਿਸ਼ਨ ਭਗਵਾਨ ਆਇਆ ਕਰ ਸੁਦਾਮੇ ਲੈਣ, ਚੱਲ ਵੀ ਚੱਲੀਏ। ਇੱਕ ਦਿਨ ਕ੍ਰਿਸ਼ਨ ਮਹਾਰਾਜ ਲੇਟ ਹੋ ਗਏ, ਸੁਦਾਮਾ ਪਹਿਲਾਂ ਤਿਆਰ ਹੋ ਗਿਆ। ਸੁਦਾਮਾ ਕ੍ਰਿਸ਼ਨ ਮਹਾਰਾਜ ਦੇ ਘਰ ਚਲੇ ਗਏ, ਅੱਗੋਂ ਦੁੱਧ ਪੀ ਰਹੇ ਸਨ। ਕ੍ਰਿਸ਼ਨ ਮਹਾਰਾਜ ਦੀ ਮਾਂ ਕਹਿੰਦੀ, ਲੈ ਵੇ ਸੁਦਾਮੇ ਤੂੰ ਵੀ ਪੀ ਲੈ। ਕਹਿੰਦਾ ਨਹੀਂ ਮੈਂ ਤਾਂ ਪੀ ਗਿਆ। ਲੈ ਤੂੰ ਕੁੱਟ ਪੀ ਲੈ। ਜਦੋਂ ਦੁੱਧ ਪੀਤਾ ਫਿਰ ਪਤਾ ਲੱਗਾ ਵੀ ਦੁੱਧ ਕਿਹਨੂੰ ਕਹਿੰਦੇ। ਆ ਕੇ ਮਾਂ ਨੂੰ ਕਹਿੰਦਾ ਤੂੰ ਮੈਨੂੰ ਕੀ ਪਿਲਾਉਂਦੀ ਰਹੀ? ਕਹਿੰਦਾ ਕੀ ਹੋ ਗਿਆ? ਕਹਿੰਦਾ ਦੁੱਧ ਤਾਂ ਮੈਂ ਕ੍ਰਿਸ਼ਨ ਮਹਾਰਾਜ ਦੇ ਘਰ ਪੀਤਾ ਹੈ। ਕਹਿੰਦੇ ਓਹੋ, ਹੁਣ ਇਹਨੂੰ ਪਤਾ ਲੱਗ ਗਿਆ ਵੀ ਇਹ ਕੱਚੀ ਲੱਸੀ ਅਤੇ ਦੁੱਧ 'ਚ ਕੀ ਫਰਕ ਹੁੰਦਾ। ਨਹੀਂ ਤਾਂ ਉਹਨੇ ਉਹ ਕੱਚੀ ਲੱਸੀ ਨੂੰ ਦੁੱਧ ਸਮਝ ਕੇ ਪੀ ਰਿਹਾ ਸੀ, ਕਿਉਂਕਿ ਬਾਹਰਲੇ ਸੰਸਾਰ 'ਚ ਨਿਕਲਿਆ ਨਹੀਂ ਸੀ ਇਹ। ਡੱਡੂ ਦੇ ਖੂਹ 'ਚ ਹੀ ਪੈਦਾ ਹੋਇਆ, ਬਸ ਉਹਨੂੰ ਖੂਹ ਤੱਕ ਦੇ ਗਿਆ ਨਾ, ਬਾਹਰਲਾ ਤਾਂ ਉਹਨੂੰ ਗਿਆਨ ਹੀ ਨਹੀਂ ਹੈ। ਸਾਡੇ ਜਦੋਂ ਲੀਡਰ ਬਾਹਰ ਪੜ੍ਹਨ ਗਏ, ਉਦੋਂ ਬਹੁਤੀ ਉੱਚੀ ਵਿੱਦਿਆ ਇੰਡੀਆ 'ਚ ਨਹੀਂ ਸੀ ਹੁੰਦੀ। ਉੱਚੀ ਵਿੱਦਿਆ ਲਈ ਬਾਹਰ ਨਹਿਰੂ ਵਰਗੇ, ਗਾਂਧੀ ਵਰਗੇ ਬਾਹਰ ਜੇ ਪੜ੍ਹਨ ਗਏ, ਇਹਨਾਂ ਨੂੰ ਪਤਾ ਲੱਗ ਵੀ ਉਹ ਆਜ਼ਾਦੀ ਅਤੇ ਗੁਲਾਮੀ 'ਚ ਕਿੰਨਾ ਫਰਕ ਹੈ, ਅਤੇ ਜ਼ਮੀਨ ਅਸਮਾਨ ਦਾ ਫਰਕ ਹੈ। ਗਿਆਨ ਹੋ ਗਿਆ, ਉਹਨਾਂ ਆ ਕੇ ਆਜ਼ਾਦੀ ਮੰਗਣੀ ਸ਼ੁਰੂ ਕਰਤੀ। ਜਿਹੜੇ ਸਾਡੇ ਖੂਹ ਦੇ ਡੱਡੂ ਸਨ, ਉਹ ਸਰਕਾਰ ਨੂੰ ਦੱਸਦੇ ਸੀ ਸਾਡੇ ਪਿੰਡ 'ਚ ਫਲਾਣਾ ਉਹ ਆਜ਼ਾਦੀ ਮੰਗਦਾ ਹੈ, ਉਹ ਪੁਲਿਸ ਆ ਕੇ ਫੜ ਲਿਆ ਕਰਦੇ ਸੀ। ਇਹੋ ਜਿਹੇ ਤਾਂ ਅਸੀਂ ਸੀ। ਕਿਉਂ? ਸਾਨੂੰ ਗਿਆਨ ਹੀ ਨਹੀਂ ਸੀ ਆਜ਼ਾਦੀ ਕੀ ਬਲਾ ਹੁੰਦੀ ਹੈ, ਗਿਆਨ ਹੀ ਨਹੀਂ ਸੀ। ਇਸ ਲਈ ਜਿੰਨਾ ਚਿਰ ਤੁਸੀਂ ਨਾਮ ਨਹੀਂ ਨਾ ਜਪਦੇ, ਉਹਨਾਂ ਚਿਰ ਦੀ ਤੁਹਾਨੂੰ ਮਹਿਮਾ ਦਾ ਪਤਾ ਹੀ ਨਹੀਂ ਲੱਗਣਾ ਹੈ। ਸੁਣਿਆ ਸੁਣਿਆ ਨਹੀਂ ਗੱਲ ਬਣਨੀ ਹੈਗੀ। ਜਦੋਂ ਸਾਲ 2 ਸਾਲ ਜਪੋਗੇ ਨਾ, 4-4 5-5 ਘੰਟੇ, ਫਿਰ ਤੁਹਾਨੂੰ ਆਪੇ ਸਮਝ ਆ ਜਾਏਗੀ ਵੀ ਹਾਂ ਇੰਨੇ ਸਾਲ ਤਾਂ ਐਵੇਂ ਭੁੱਲੇ ਹੀ ਰਹੇ ਯਾਰ, ਇਹ ਤਾਂ ਸਾਰਾ ਕੁਛ ਹੈ ਹੀ ਨਾਮ ਦੇ ਵਿੱਚ। ਜਿੰਨਾ ਚਿਰ ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਉਹਨਾਂ ਚਿਰ ਕਿਵੇਂ ਪਤਾ ਲੱਗੇਗਾ? ਨਹੀਂ ਤਾਂ ਅਸੀਂ ਖੂਹ ਦੇ ਡੱਡੂ ਰਹਿ ਜਾਏਂਗੇ ਉਸੇ ਤਰ੍ਹਾਂ ਹੀ। ਸੋ ਇਸ ਲਈ ਗੁਰੂ ਮਹਾਰਾਜ ਚਾਹੁੰਦੇ ਨੇ ਮੇਰਾ ਸਿੱਖ ਸੁਖੀ ਹੋਵੇ, ਉਹ ਨਹੀਂ ਚਾਹੁੰਦੇ ਮੇਰਾ ਸਿੱਖ ਨਰਕੀ ਜੀਵਨ ਜਿਵੇਂ, ਗਰੀਬੀ ਜਿਵੇਂ। ਅਗਰ ਗੁਰੂ ਨਾਨਕ ਦੇਵ ਜੀ ਨੂੰ ਪਤਾ ਹੁੰਦਾ ਕਿ ਮੇਰਾ ਸਿੱਖ ਗਰੀਬ ਹੋ ਜਾਏਗਾ, ਇਹ ਕਰਜ਼ਾਈ ਹੋ ਜਾਏਗਾ, ਉਹਨਾਂ ਆਪਣੇ ਸਿੱਖ ਨੂੰ ਕਿਹਾ ਤੂੰ ਦਸਵੰਧ ਦੇਣਾ ਗੁਰੂ ਨੂੰ। ਇਸ ਸਾਫ਼ ਜ਼ਾਹਰ ਹੈ ਕਿ ਜਿਹੜਾ ਬੰਦਾ ਦਸਵੰਧ ਕੱਢਦੇ ਦਾ ਮਤਲਬ ਅਮੀਰ ਹੈ ਉਹ।
ਗਰੀਬ ਬੰਦਾ ਕਿਵੇਂ ਦਸਵੰਧ ਕੱਢੇਗਾ? ਮੇਰੇ ਕੋਲ ਖਾਣ ਨੂੰ ਇੱਕ ਰੋਟੀ ਹੈ, ਮੈਂ ਕਿਸੇ ਨੂੰ ਉਸ 'ਚੋਂ ਕੀ ਦਿਆਂਗਾ? ਕੁਛ ਕਿਸੇ ਨੂੰ ਕੀ ਦਿਆਂਗੇ? ਗੁਰੂ ਨਾਨਕ ਦੇ ਵਿਸ਼ਵਾਸ ਸੀ ਕਿ ਜਿਹੜਾ ਮੇਰਾ ਸਿੱਖ ਹੋਵੇਗਾ ਗਰੀਬ ਨਹੀਂ ਹੋ ਸਕਦਾ। ਅਤੇ ਅੱਜ ਸਿੱਖ ਗਰੀਬ ਨੇ, ਕਿਉਂਕਿ ਗੁਰੂ ਨਾਨਕ ਦੇ ਸਿੱਖ ਹੀ ਨਹੀਂ ਰਹੇ। ਇਹ ਸ਼ਕਲ ਸੂਰਤ ਦੇ ਸਿੱਖ ਨੇ, ਗੁਰੂ ਨਾਨਕ ਦੀ ਗੱਲ ਹੀ ਕੋਈ ਨਹੀਂ ਮੰਨਦੇ। ਕਿ ਗੁਰੂ ਨਾਨਕ ਕਿਹਾ ਸ਼ਰਾਬਾਂ ਪੀਓ, ਅੱਜ ਸਿੱਖ 80% ਸ਼ਰਾਬਾਂ ਪੀ ਰਹੇ ਨੇ। ਇਹ ਤਾਂ ਗੁਰੂ ਨਾਨਕ ਦੀ ਇੱਕ ਵੀ ਗੱਲ ਨਹੀਂ ਮੰਨਦੇ, ਇੱਕ ਵੀ ਨਹੀਂ ਮੰਨਦੇ। ਇਹ ਜੇ ਪੰਜਾਬ ਥੋੜ੍ਹਾ ਬਚੇ ਤਾਂ ਜਨਾਨੀਆਂ ਕਾਰਨ ਬਚਿਆ। ਮੈਂ ਕਹਿੰਦਾ ਭਾਈ ਤੂੰ ਤੁਹਾਨੂੰ ਨਾ ਮੁੰਡੇ ਪਾਠ ਕਰਦੇ ਨਾ ਬੰਦੇ ਪਾਠ ਕਰਦੇ ਨੇ। ਬੰਦਿਆਂ ਨੇ ਤਾਂ ਇਸ ਨੂੰ ਡੋਬਣ 'ਚ ਲਾਇਆ ਪੰਜਾਬ ਨੂੰ, ਇਹ ਤਾਂ ਬੀਬੀਆਂ ਪਾਠ ਕਰ ਉੱਪਰ ਨੂੰ ਲੈ ਆਉਂਦੀਆਂ ਨੇ। ਬੰਦੇ ਫਿਰ ਪੀ ਕੇ ਪੁੱਠੇ ਕੰਮ ਕਰ ਰਹੇ ਇਹਨੂੰ ਡੋਬਦੇ ਨੇ, ਬੀਬੀਆਂ ਪਾਠ ਕੇ ਉੱਪਰ ਨੂੰ ਲੈ ਆਉਂਦੀਆਂ। ਇਹ ਤਾਂ ਬਚਿਆ ਹੋਇਆ। ਜਿੱਦੇ ਪੰਜਾਬ ਦੀਆਂ ਬੀਬੀਆਂ ਨੇ ਪਾਠ ਬੰਦ ਕਰਤਾ, ਤੁਸੀਂ ਦੇਖੋ ਪੰਜਾਬ ਦਾ ਕੀ ਹਾਲ ਹੁੰਦਾ ਹੈ। ਹਾਂ, ਤੁਸੀਂ ਦੇਖਣਾ ਫਿਰ ਕੀ ਹਾਲ ਹੁੰਦਾ ਜੇ ਨਾ ਤੁਹਾਡਾ ਜੀਵਨ ਨਰਕੀ ਜੀਵਨ ਹੋ ਜਾਏ। ਕੋਈ ਮੁੰਡਾ ਪਾਠ ਕਰਨ ਨੂੰ ਤਿਆਰ ਨਹੀਂ, ਮਾਂ ਕਰਦੀ ਹੈ, ਭੈਣ ਪਾਠ ਕਰਦੀ, ਕੋਈ ਘਰ ਵਾਲਾ ਪਾਠ ਕਰਨ ਨੂੰ ਤਿਆਰ ਨਹੀਂ, ਉਹਦੀ ਘਰ ਵਾਲੀ ਕਰਦੀ ਹੈ। ਮੈਂ ਕਿਹਾ ਵੀ ਤੁਹਾਡੇ ਹਿੱਸੇ ਸਾਰਾ ਕੁਛ ਆ ਗਿਆ ਹੈ। ਮੇਰੀ ਨੂੰਹ ਦੇ ਪੁੱਤਰ ਹੋ ਜਾਏ ਜੀ, ਨਾ ਬੱਚਾ ਹੋ ਜਾਏ, ਮੈਂ ਨੂੰਹ ਨੂੰ ਪਾਠ ਦੇ ਦਿਓ, ਉਹਨੇ ਤਾਂ ਨਹੀਂ ਕਰਨਾ ਜੀ। ਮੈਂ ਤਾਂ ਅਸੀਂ ਵੀ ਠੇਕਾ ਲੈ ਰੱਖਿਆ, ਜੋ ਦਫਾ ਹੋਵੇ ਉਹਨਾਂ ਨੇ ਕਿਹਾ ਪਾਠ ਕਰੋ ਜੇ ਬੱਚਾ ਚਾਹੀਦਾ, ਨਹੀਂ ਤਾਂ ਜੋ ਦਫਾ ਹੋ। ਨਹੀਂ ਜੀ ਚਲੋ ਕੋਈ ਨਹੀਂ, ਮੈਨੂੰ ਤੁਸੀਂ ਦੇ ਦਿਓ, ਮੈਂ ਤੁਹਾਡਾ ਮੁੰਡਾ ਕਰ ਲੈਣਾ। ਕਦੇ ਉਹਨੇ ਵੀ ਨਹੀਂ ਕਰਨਾ ਜੀ। ਆਹ ਤਾਂ ਹਾਲ ਹੈ ਜੀ। ਫਿਰ ਕੀ ਹਾਲ ਹੋਏਗਾ ਪੰਜਾਬ ਦਾ, ਦੇਖਦੇ ਚੱਲੋ। ਕੋਈ ਨਾਈ ਦੇ ਬੈਠਾ ਜੀ, ਆਪਣੀ ਦਾੜੀ ਕਟਾ ਰਿਹਾ ਸੀ। ਕਹਿੰਦਾ ਨਾਈਆ ਵਾਲ ਕਿੱਡੇ ਕਿੱਡੇ ਨੇ? ਕਹਿੰਦਾ ਜਜਮਾਨ ਝੋਲੀ 'ਚ ਡਿੱਗਣੇ ਨੇ, ਵੇਖ ਲਿਓ। ਅੱਜ ਤਾਂ ਆਪਾਂ ਜਿਹੜੇ 10-15 ਸਾਲ ਹੋਰ ਜਾਣਗੇ ਨਾ, ਵੇਖ ਲਓ ਕੀ ਬਣਦਾ ਹੈਗਾ। ਜਿਹੜੇ ਲੱਛਣ ਫੜੇ ਹੋਏ ਨਾ ਅਸੀਂ, ਇਹ ਪਤਾ ਲੱਗ ਜਾਏਗਾ ਛੇਤੀ ਹੋਏਗਾ। ਗੁਰੂ ਨਾਨਕ ਦੀ ਗੱਲ ਹੀ ਕੋਈ ਨਹੀਂ ਮੰਨਦਾ, ਨੱਕ ਰਗੜੀ ਜਾਏ ਗੁਰੂ ਨਾਨਕ ਅੱਗੇ, ਮੈਨੂੰ ਆਹ ਦੇ ਦਿਓ, ਮੈਨੂੰ ਆਹ ਦੇ ਦਿਓ। ਉਹ ਕਦੇ ਤੂੰ ਕਰਦਾ ਤਾਂ ਕੁਛ ਹੈ ਨਹੀਂ ਜੀ। ਗਰੀਬੀ ਦੂਰ ਹੋ ਜਾਏ, ਮੈਂ ਸ਼ਰਾਬ ਛੱਡ, ਇਹ ਤਾਂ ਨਹੀਂ ਛੱਡ ਹੁੰਦੀ। ਮੈਂ ਜਦ ਦਫਾ ਫਿਰ ਮੈਂ ਠੇਕਾ ਲੈ ਰੱਖ ਤੇਰੀ ਗਰੀਬੀ ਦੂਰ ਕਰਨ ਦਾ। ਮੈਂ ਆਪਣੇ ਰਿਸ਼ਤੇ ਭਾਣਜੇ ਨੂੰ ਕਹਿੰਦਾ ਮੈਂ ਜਿੰਨਾ ਚਿਰ ਤੂੰ ਸ਼ਰਾਬ ਪੀਣਾ ਮੈਂ ਤੇਰੀ ਕੋਈ ਮਦਦ ਨਹੀਂ ਕਰਦਾ, ਮੈਂ ਦੂਜੇ ਭਾਣਜੇ ਦੀ ਤੇਰੀ ਨਹੀਂ ਕਰਦਾ। ਉਹਨੂੰ ਲੱਗਿਆ ਪਤਾ ਵੀ ਨਹੀਂ ਇਹ ਤਾਂ ਛੱਡਣੀ ਪੈਣੀ, ਨਹੀਂ ਤਾਂ ਮੈਂ ਤਾਂ ਗਰੀਬ ਦਾ ਗਰੀਬ ਰਹਿ ਜਾ, ਮੇਰਾ ਤਾਂ ਦੂਜਾ ਭਰਾ ਤਾਂ ਅਮੀਰ ਹੁੰਦਾ ਜਾਂਦਾ ਹੈ। ਮੈਂ ਕਿਸੇ ਸ਼ਰਾਬੀ ਕਰਬੇ ਦੀ ਕੋਈ ਮਦਦ ਨਹੀਂ ਕਰਦਾ। ਤੁਸੀਂ ਸ਼ਰਾਬ ਪੀ ਜਾਓਗੇ, ਉਹਦੀ ਤੁਹਾਡੀ ਮਦਦ ਕਰਨ ਦਾ ਕਿਆ ਫਾਇਦਾ ਹੈਗਾ? ਸੋ ਇਸ ਲਈ ਇਹ ਬੰਦਾ ਗੁਰੂ ਨਾਨਕ 10ਵੇਂ ਪਾਤਸ਼ਾਹ ਸਿੱਖ ਹੋਣ ਦਾ ਹੈ ਹੀ ਬੜੀ ਦੂਰ ਦੀ ਗੱਲ। ਇਹ ਤਾਂ ਗੁਰੂ ਨਾਨਕ ਦੇ ਸਿੱਖ ਕੋਈ ਨਹੀਂ ਹੈਗਾ, ਉਹਦੀ ਗੱਲ ਹੀ ਕੋਈ ਨਹੀਂ ਮੰਨਦਾ ਗੁਰੂ ਨਾਨਕ ਦੀ। ਉਹ ਕਹਿੰਦੇ ਕਿਰਤ ਕਰੋ, ਦੁੱਧ ਵਾਲੇ ਅੰਮ੍ਰਿਤ ਛਕਿਆ ਹੋਇਆ, ਪਾਣੀ ਪਾ ਰਿਹਾ ਵਿੱਚ, ਪਿਤਾ ਤੇ ਦੁਰ ਫਿੱਟ ਮੈਂ ਤੇਰੇ ਅੰਮ੍ਰਿਤ ਛਕਣ ਦਾ ਹੈ, ਤੂੰ ਪਾਣੀ ਪਾ ਰਿਹਾ ਦੁੱਧ 'ਚ। ਅੰਮ੍ਰਿਤ ਛਕਿਆ ਹੋਇਆ, ਦਫ਼ਤਰ 'ਚ ਬੈਠਾ ਰਿਸ਼ਵਤ ਲੈ ਰਿਹਾ ਹੈ। ਸਾਡੇ ਕਿੰਨੇ ਸਾਥੀ ਅੰਮ੍ਰਿਤ ਛਕਿਆ ਰਿਸ਼ਵਤ ਲੈ ਰਹੇ ਨੇ। ਗੁਰੂ ਨਾਨਕ ਦੀ ਗੱਲ ਹੀ ਕੋਈ ਨਹੀਂ ਮੰਨਦਾ ਹੈਗਾ। ਅਤੇ ਫਿਰ ਭਟਕੀ ਜਾਵੇ, ਕਿਤੇ ਜਵਾਕ ਮਾੜਾ ਨਿਕਲਿਆ, ਕਿਤੇ ਕੁੜੀ ਨਹੀਂ ਵਸੀ, ਕਿਤੇ ਕੁਛ ਨਹੀਂ ਹੋਇਆ, ਭਟਕੀ ਜਾ ਰਹੇ ਨੇ, ਭਟਕੀ ਜਾਵੇ। ਹੈ ਆਪਣਾ ਜੀਵਨ ਹੀ ਸਹੀ ਨਹੀਂ ਹੈਗਾ। ਗੁਰੂ ਨਾਨਕ ਕਿੱਥੋਂ ਸਾਡੀ ਬਾਂਹ ਫੜ ਲੈਣਗੇ ਵੀ? ਉਹ ਤਾਂ ਉਹਦੀ ਬਾਂਹ ਫੜਦੇ ਜਿਹੜੇ ਉਹਨਾਂ ਦੀ ਗੱਲ ਮੰਨੇਗਾ। ਉਹ ਕਹਿੰਦਾ ਤੂੰ ਮੇਰੀ ਗੱਲ ਮੰਨ, ਫਿਰ ਜੋ ਤੂੰ ਕਹੇਂਗਾ ਮੈਂ ਉਹ ਕਰੂੰਗਾ। ਰੱਬ ਦੀ ਗੱਲ ਹੀ ਇੱਕੋ ਕਹਿੰਦਾ, ਤੁਸੀਂ ਮੇਰਾ ਨਾਮ ਜਪੋ, ਜੋ ਤੁਸੀਂ ਕਹੋਗੇ, ਜੋ ਚਾਹੇ ਸੋ ਹੀ ਮਿਲੇ। ਕਿ ਤੂੰ ਮੇਰਾ ਨਾਮ ਜਪ, ਜੋ ਚਾਹੇਂਗਾ ਤੈਨੂੰ ਉਹ ਮਿਲੂਗਾ। ਇਹ ਕਹਿੰਦਾ ਨਾ ਮੇਰੀ ਮਾਂ ਜਪੇ, ਨਾ ਮੇਰਾ ਬਾਪੂ ਜਪੇ, ਮਿਲ ਜੇ ਮੈਨੂੰ। ਆਸਟ੍ਰੇਲੀਆ ਮੈਂ ਚਲੇ ਜਾ, ਕੈਨੇਡਾ ਮੈਂ ਚਲੇ ਜਾ, ਪਾੜ ਜੇ ਬੇਬੇ ਕਰੇ। ਉਹ ਵਿਚਾਰੀ ਕੀ ਕਰੇ? ਤੁਹਾਨੂੰ ਨਾ ਰੋਟੀਆਂ ਪਕਾਉਂਦੀ, ਨਾ ਕੱਪੜੇ ਵੀ ਧੋਂਦੇ, ਜਵਾਕਾਂ ਨੂੰ ਸਾਂਭਦੀ ਹੈ, ਘਰ ਵਾਲੀ ਝਿੜਕਾਂ ਵੀ ਖਾਂਦੀ ਹੈ, ਨਾਲ ਪਾਠ ਵੀ ਕਰਦੀ ਹੈ। ਕਿਉਂਕਿ 100 ਬੰਦੇ 'ਤੇ ਸਾਰਾ ਜ਼ੋਰ ਹੁੰਦਾ ਹੈ। ਜਿਹੜਾ ਤੁਹਾਡਾ ਜਵਾਕ ਵਿਗੜਿਆ ਹੋਇਆ ਹੈ, ਕੋਈ ਕੰਮ ਨਹੀਂ ਕਰਦਾ, ਰੋਟੀ ਪਾਣੀ ਵਧੀਆ ਖਾਂਦਾ ਦੂਜੇ ਨਾਲੋਂ, ਤੁਸੀਂ ਡਰਦੇ ਉਹਨੂੰ ਦਿੰਦੇ ਹੋ। ਆ ਗਏ ਬਲਾ ਆ ਗਏ, ਕੋਈ ਦਿਓ ਯਾਰ ਇਹਨੂੰ, ਨਹੀਂ ਤਾਂ ਗਾਲਾਂ ਕੱਢੂਗਾ, ਇਹ ਧੋਣਾ ਫੜੂਗਾ। ਉਸ ਤੋਂ ਤੁਸੀਂ ਠੀਕ ਰਹਿੰਦੇ। ਦੂਜਾ ਕਹਿੰਦਾ ਮੈਂ ਐਵੇਂ ਹੀ ਸਾਊਗਾ ਹੈ, ਆਹ ਦੇਖ ਲਓ ਚੱਲ ਫੰਗਾ ਜੇ, ਮਾਂ ਪਿਓ ਅੱਗੇ ਪਿੱਛੇ ਫਿਰੀ ਜਾਂਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਕਰ ਕਿਰਪਾ ਪ੍ਰਭ ਰਾਖ ਲਿਓ, ਨਾਨਕ ਤੇਰੀ ਆਸ। ਕਹਿੰਦਾ ਮੈਂ ਮੋਹ 'ਚ, ਮੈਂ ਪਰਬ 'ਚ ਡੁੱਬ ਰਿਹਾ ਸੀ, ਨਰਕਾਂ 'ਚ ਮੇਰਾ ਵੱਸ ਸੀ, ਪਰ ਜ਼ਿੰਦਗੀ ਨਰਕੀ ਜੀਵਨ ਸੀ। ਹਾਂਜੀ, ਹੇ ਪਰਮਾਤਮਾ ਮੇਰੇ 'ਤੇ ਕਿਰਪਾ ਕਰੋ। ਕਰ ਕਿਰਪਾ ਪ੍ਰਭ ਰਾਖ ਲਿਓ, ਹੇ ਪਰਮਾਤਮਾ ਕਿਰਪਾ ਕਰੋ, ਮੇਰੀ ਰੱਖਿਆ ਕਰੋ।
ਨਾਨਕ ਤੇਰੀ ਆਸ। ਕਹਿੰਦੇ ਨਾਨਕ ਕਹਿੰਦੇ ਮੈਨੂੰ ਤੇ ਪਰਮਾਤਮਾ ਤੇਰੀ ਹੀ ਆਸ ਹੈ, ਤੂੰ ਹੀ ਕਿਰਪਾ ਕਰ ਮੇਰੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।